पीएससीबी एमिनेंस हब है शान 11वीं ਦੀ ਫਿਜ਼ਿਕਸ बनावे आसान। हाँ जी सही सुनिया। फिजिक्स का चैप्टर 1 यूनिट्स एंड मेजरमेंट का वन शॉट देखना है तो ਤੁਹਾਨੂੰ ਮਿਲ ਜੂਗਾ ਇਸੇ ਚੈਨਲ ਪੀਐਸਸੀਬੀ ਐਮੀਨੈਂਸ ਹਬ ਦੇ ਉੱਤੇ। ਅੱਜ ਆਪਾਂ ਕਰਾਂਗੇ ਫਿਜ਼ਿਕਸ ਦਾ ਚੈਪਟਰ 1 ਦਾ वन शॉट। कल लाइव ਵਿੱਚ डिस्कस ਕੀਤਾ ਸੀ ਕਿ ਕਿੰਨੇ ਵਜੇ ਲੈਕਚਰ ਅਪਲੋਡ ਹੋਣਾ ਹੈ। आई नो बहुत लेट आ रहे पर देर आए दुरुस्त नहीं। ਆਪਾਂ ਲੈਕਚਰ ਸਾਰਾ ਕਵਰ ਕੀਤਾ ਪੰਜਾਬ ਬੋਰਡ ਦੇ ਹਿਸਾਬ ਨਾਲ ਪੜਾਇਆ ਮੈਂ ਇਸ ਲੈਕਚਰ ਦੇ ਵਿੱਚ, ਤਾਂ ਜਰੂਰ ਐਂਡ ਤੱਕ ਬਣੇ ਰਹੋ। हर एक कली चीज़ एक्सप्लेन की गई है इस दे विच। तो जे तुसीं लैक्चर पूरा अटेंड कर लिया तुहानूं चैप्टर 1 चो कोई भी टाइप का डाउट नहीं रहूगा। जे तुसीं सीबीएसई बोर्ड दे हो तां भी तुसीं देख सकते हो। इहदे विच बस एरर्स नहीं मैं समझाया, एरर्स सीबीएसई के अंदर है, पीएससीबी के अंदर नहीं है। तो जे हूँ तुसीं देखना चाहते हो क्योंकि मैं पंजाबी विच बोल के समझा रहा तो तुहानूं ज़्यादा वधिया समझ आ जाए। जे सीबीएसई वाले हो तां भी पंजाब बोर्ड असर स्पैशल है तो पंजाब बोर्ड वाले तो जरूर बन के रहना है। ठीक है जी। 1 ਤੇ ਹੁਣ ਆਪਾਂ ਸਟਾਰਟ ਕਰਦੇ ਆਪਣੇ ਲੈਕਚਰ ਨੂੰ। ਉਸ ਤੋਂ ਪਹਿਲਾਂ ਇੰਸਟਾ ਤੇ ਟੈਲੀਗ੍ਰਾਮ ਦੋਨੋਂ ਜੁਆਇਨ ਕਰ ਲਓ। ਇੰਸਟਾਗ੍ਰਾਮ ਉੱਤੇ ਰੋਜ਼ ਇੱਕ ਸਟੋਰੀ ਪਾਣਾ ਮੈਂ ਤੁਹਾਡੇ ਕਮੈਂਟਸ ਦੀ, ਤਾਂ ਪਲੀਜ਼ ਇੰਸਟਾ ਨੂੰ ਵੀ ਫੋਲੋ ਕਰ ਲਓ। ਜਿਹੜਾ ਲਿੰਕ ਹੈ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ। ਚਲੋ ਬਈ ਸਟਾਰਟ ਕਰੀਏ ਆਪਣਾ ਵਨ ਸ਼ਾਟ ਲੈਕਚਰ ਨੂੰ। ਹੁਣ ਆਪਾਂ ਯੂਨਿਟ 1 ਨੂੰ ਸਟਾਰਟ ਕਰਦੇ ਹਾਂ। ਠੀਕ ਹੈ ਜੀ। ਤਾਂ ਯੂਨਿਟ 1 ਯਾਨੀ ਕਿ ਚੈਪਟਰ 1 ਦੇ ਵਿੱਚ ਆਪਣੇ ਕੋਲ ਨਾਮ ਹੈ ਯੂਨਿਟਸ ਐਂਡ ਮੈਜ਼ਰਮੈਂਟ। यूनिट्स एंड मेजरमेंट नाम तो ही बहुत क्लियर हो रहा है कि आप इस चैप्टर में यूनिट बारे पढ़ांगे ते मेजरमेंट बारे पढ़ांगे। मेजरमेंट मतलब मापना किसी चीज ਨੂੰ। ठीक है जी। तो यूनिट्स ਤੁਹਾਨੂੰ ਪਤਾ ਹੀ ਹੋਣਗੇ। ਤਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਡੈਫੀਨੇਸ਼ਨ ਆਉਂਦੀ ਹੈ ਫਿਜ਼ੀਕਲ ਕੁਆਂਟੀਟੀਜ਼ ਦੀ। ਫਿਜ਼ੀਕਲ ਕੁਆਂਟੀਟੀ ਕੀ ਹੁੰਦਾ ਹੈ? ਫਿਜ਼ੀਕਲ ਕੁਆਂਟੀਟੀ मतलब ਇਹੋ ਜੀ ਕੋਈ ਵੀ ਚੀਜ਼ ਜਿਹਨੂੰ ਤੁਸੀਂ ਮਾਪ ਸਕਦੇ ਹੋ। मतलब ਇਹੋ ਜੀ ਕੋਈ ਵੀ ਚੀਜ਼ ਜਿਹਨੂੰ ਤੁਸੀਂ ਮਾਪ ਸਕਦੇ ਹੋ ਉਹ ਕੀ ਹੋਊਗੀ? ਫਿਜ਼ੀਕਲ ਕੁਆਂਟੀਟੀ ਹੋਊਗੀ। ਤਾਂ ਇਹ ਡੈਫੀਨੇਸ਼ਨ ਪੜ੍ਹੀਏ ਤੇ ਦ ਕੁਆਂਟੀਟੀਜ਼ ਵਿਚ ਕੈਨ ਬੀ ਮੈਜ਼ਰਡ। ਇਹੋ ਜੀ ਚੀਜ਼ਾਂ ਜਿਹਨੂੰ ਆਪਾਂ ਮਾਪ ਤਾਂ ਸਕਦੇ ਹੀ ਆ। ਨਾਲ ਫਿਜ਼ੀਕਲ ਕੁਆਂਟੀਟੀ ਨੂੰ ਆਪਾਂ ਟਰਮਸ ਆਫ ਨਿਊਮੈਰੀਕਲ ਵੈਲਿਊ ਤੇ ਯੂਨਿਟ ਚ ਵੀ ਲਿਖ ਸਕਦੇ ਆ। मतलब ਸਮਝ ਨਹੀਂ ਆਇਆ ਨਾ? ਪੰਜਾਬੀ ਵਿੱਚ ਦੱਸਦਾ। ਪਹਿਲੀ ਗੱਲ ਤਾਂ ਇਹੋ ਜੀ ਕੋਈ ਵੀ ਚੀਜ਼ ਜਿਹਨੂੰ ਤੁਸੀਂ ਮਾਪ ਸਕਦੇ ਹੋ। ਦੂਸਰੀ ਗੱਲ ਮੰਨ ਲਓ ਮੈਂ ਕਿਸੇ ਦੁਕਾਨ ਤੇ ਗਿਆ, ਉੱਥੇ ਜਾ ਕੇ ਮੈਂ ਟਮਾਟਰ ਖਰੀਦੇ। टमाटर मैं खरीदे 2 किलो। हुण मैनूं आए दसो आ 2 किलो दो चीज़ों का बनिया होया। सब तो पहली चीज़ तो आह दो की है न्यूमेरिकल वैल्यू। दो की अपना न्यूमेरिकल वैल्यू। तो जे गल करिए आह केजी की है यूनिट्स, तो की ये फिजिकल क्वांटिटी होगी कि ये 2 केजी आह टमाटर फिजिकल क्वांटिटी होगी? तुसीं कहोगे हाँ जी जरूर होगी। क्यों? क्योंकि सब तो पहली गल ਇਹ ਕੀ ਹੋਣੀ ਚਾਹੀਦੀ ਹੈ? ਮਾਪੀ ਜਾਣੀ ਹੋਣੀ ਚਾਹੀਦੀ ਹੈ। ਟਮਾਟਰ ਮਾਪੇ ਜਾ ਸਕਦੇ ਨਾ, ਆਪਾਂ ਉਹਨਾਂ ਦਾ ਭਾਰ ਤੋਲਦੇ ਆ ਤਾਂ ਉਹ ਕੀ ਹੈ? ਮਾਪੀ ਵੀ ਜਾਣੀ ਚਾਹੀਦੀ। ਦੂਜੀ ਗੱਲ ਉਹ ਨਿਊਮੈਰੀਕਲ ਵੈਲਿਊ ਤੇ ਯੂਨਿਟ। ਇਹਦੇ ਵਿੱਚ ਇਹਦੀ ਨਿਊਮੈਰੀਕਲ ਵੈਲਿਊ ਵੀ ਹੈਗੀ ਹੈ ਤੇ ਯੂਨਿਟ ਵੀ ਹੈਗੀ ਹੈ, ਤਾਂ ਕਿ ਇਹ ਫਿਜ਼ੀਕਲ ਕੁਆਂਟੀਟੀ ਹੈ। ਸਮਝ ਗਏ ਨਾ? ਇੱਕ ਹੋਰ ਐਗਜ਼ਾਮਪਲ ਦਿਨਾ, ਮੰਨ ਲਓ ਤੁਹਾਡੀ ਹਾਈਟ ਹੈ 165 ਸੈਂਟੀਮੀਟਰ। ਕੀ ਇਹ ਇੱਕ ਫਿਜ਼ੀਕਲ ਕੁਆਂਟੀਟੀ ਹੈਗੀ ਹੈ? ਤੁਸੀਂ ਕਹੋਗੇ हाँ जी। क्यों? क्योंकि सब तो पहली गल ये मापी जानी चाहिए। हाइट आप मैजर कर सकते हैं ना सेंटीमीटर मीटर्स च। दूजी गल ये 165 तो देखो ये न्यूमेरिकल वैल्यू होगी, ये न्यूमेरिकल वैल्यू भी हैगी है। 6 सेंटीमीटर की हो गए ये यूनिट हो गए। तो ये ये दोनों चीज़ें न्यूमेरिकल वैल्यू भी है यूनिट भी है। तीजी गल ये मापी भी जाती है तो ये की होगी अपनी एक फिजिकल क्वांटिटी होगी। फिर मान लो 500 ml वाटर है कि तुसी जिहड़ा पानी है उन्हें माप सकते हो? ਤੁਸੀਂ ਕਹੋਗੇ ਨਹੀਂ ਜੀ ਕਿਉਂ ਨਹੀਂ ਮਾਪ ਸਕਦੇ? ਮਾਪ ਸਕਦੇ ਆਪਾਂ ਉਹਦੇ ਵਿੱਚ ਲੀਟਰਸ ਦੇ ਵਿੱਚ ਮਿਲੀਲੀਟਰਸ ਦੇ ਵਿੱਚ। ਤੁਸੀਂ ਕੋਲਡ ਡਰਿੰਕ ਦੀ ਬੋਟਲ ਲਿਆਉਂਦੇ ਹੋ, ਉਹਦੇ ਤੇ ਲਿਖਿਆ ਹੁੰਦਾ ਨੇ 1 ਲੀਟਰ 2 ਲੀਟਰ ਤੱਕ ਹੀ ਉਹ ਮਾਪੀ ਜਾਂਦੀ ਹੈ। ਤੇ ਪਹਿਲੀ ਗੱਲ ਹੋ ਗਈ ਪੂਰੀ ਮਾਪੀ ਜਾਣੀ ਚਾਹੀਦੀ। ਦੂਜੀ ਗੱਲ ਇਹਦੀ ਨਿਊਮੈਰੀਕਲ ਵੈਲਿਊ ਹੋਣੀ ਚਾਹੀਦੀ ਹੈ। ਤੁਸੀਂ ਦੇਖੋ 500 ਇਹਦੀ ਨਿਊਮੈਰੀਕਲ ਵੈਲਿਊ ਹੈ। ਤੀਜੀ ਗੱਲ ਇਹਦੇ ਯੂਨਿਟਸ ਹੋਣੇ ਚਾਹੀਦੇ, ਇਹਦੇ ਯੂਨਿਟਸ ਵੀ ਹੈ ml, ਤਾਂ ਇਹ ਕੀ ਹੋਊਗੀ? ਇੱਕ ਫਿਜ਼ੀਕਲ ਕੁਆਂਟੀਟੀ ਹੋਊਗੀ। ਠੀਕ ਹੈ ਜੀ। ਫਿਰ ਆਪਾਂ ਮੰਨ ਲੈਂਦੇ ਆ ਤੁਸੀਂ ਕੋਈ ਵੀ ਐਗਜ਼ਾਮਪਲ ਲੈ ਲਓ ਜਿਵੇਂ ਕਿ 20 kg। ਮੈਨੂੰ ਸਾਰੇ ਜਣੇ ਕਮੈਂਟ ਵਿੱਚ ਦੱਸਣਗੇ ਵੀ ਇਹ ਇੱਕ ਫਿਜ਼ੀਕਲ ਕੁਆਂਟੀਟੀ ਹੈਗੀ ਹੈ ਕਿ ਨਹੀਂ। 20 kg ਬਹੁਤ ਸੌਖਾ ਹੈ, ਕੋਈ ਬਾਹਲੀ ਔਖੀ ਚੀਜ਼ ਤਾਂ ਮੈਂ ਕਮੈਂਟ ਵਿੱਚ ਨਹੀਂ ਪੁੱਛੀ। ਸਾਰੇ ਜਣਿਆਂ ਨੇ ਜ਼ਰੂਰ ਕਮੈਂਟ ਕਰਕੇ ਦੱਸਣਾ ਹੈ। ਹੁਣ ਆਪਾਂ ਕਰਦੇ ਆਪਣੀ ਫੰਡਾਮੈਂਟਲ ਫਿਜ਼ੀਕਲ ਕੁਆਂਟੀਟੀ। ਇੱਕ ਮਿੰਟ ਪਹਿਲਾਂ ਮੈਂ ਚੈੱਕ ਕਰ ਲਾਂ। ਹਾਂਜੀ ਵੀਡੀਓ ਚੱਲ ਰਹੀ ਹੈ ਮੈਨੂੰ ਪਹਿਲਾਂ ਐਂ ਜੇ ਹੋ ਗਿਆ ਵੀਡੀਓ ਆਫ ਹੋ ਗਈ। बस फिर आ जाएंगे अपने को फंडामेंटल फिजिकल क्वांटिटी। नाम विच क्या आ रहा है? फंडामेंटल। फंडामेंटल की मतलब सब तो बेसिक चीज। जे ਆਪਾਂ ਇਹਨੂੰ ਸਿੰਪਲ ਭਾਸ਼ਾ ਵਿੱਚ ਪੜ੍ਹੀਏ ਇਹੋ ਜਿਹੀ ਚੀਜ਼ਾਂ ਜੋ ਆਪਦੇ ਆਪ ਤੇ ਹੀ ਡਿਪੈਂਡੈਂਟ ਹੈ। मतलब वो किसी चीज़ उत्ते डिपेंड नहीं करदियां या फिर वो किसी को डिराइव नहीं हो सकदियां या फिर वो आपदे आप दे विच ही पूरियां हुंदियां।
देखो द क्वांटिटीज विच आर इंडिपेंडेंट कैन नॉट बी डिराइव्ड, मतलब ये क्वांटिटियां आपदे विच ही पूरीਆਂ ने, इन्हां नूं किसी दी मदद दी लोड़ नहीं, इन्हां नूं आपदे आप दे विच ही पूरीਆਂ, इन्हां नूं किसी दी लोड़ नहीं हैगी, किसी नूं डिराइव नहीं ਹੁੰਦੀਆਂ। ਇਹੋ ਜਿਹੀ क्वांटिटीज ਨੂੰ ਆਪਾਂ ਬੋਲਦੇ फंडामेंटल फिजिकल क्वांटिटीज। ਤੁਹਾਡੇ ਸਿਲੇਬਸ ਵਿੱਚ 7 फंडामेंटल फिजिकल क्वांटिटीज है, 7 नहीं है एक्चुअल में 7 अपने को फंडामेंटल फिजिकल क्वांटिटीज होंगी हैं, पर ਤੁਹਾਡੇ सिलेबस ਵਿੱਚ सिर्फ 3 है, मास, लेंथ ते टाइम। मास ਨੂੰ ਆਪਾਂ ਕੀ ਚ ਮੈਜ਼ਰ ਕਰਦੇ ਆ, kgs ਚ, ਲਿਖਦੇ ਕਿਵੇਂ ਉਹਨੂੰ m ਨਾਲ। ਲੈਂਥ ਨੂੰ ਆਪਾਂ ਕਾਹਦੇ ਵਿੱਚ ਲਿਖਦੇ ਆ, ਲੈਂਥ ਸੱਚ ਪਹਿਲਾਂ ਮੈਜ਼ਰ ਕਾਹ ਚ ਹੁੰਦੀ ਹੈ, ਸੈਂਟੀਮੀਟਰ ਜਾਂ ਮੀਟਰਸ ਚ ਲਿਖਦੇ, ਇਹਨੂੰ ਆਪਾਂ ਲਿਖਦੇ l ਨਾਲ। टाइम का मैजर होंगे सैकेंड्स च, ऐसे ही गल चल रही है, तो इन्हों आप लिखते हैं टी नाल। फिर अपने को टैंपरेचर आ जाता है, ये भी फिजिकल होएगी, फंडामेंटल फिजिकल क्वांटिटी है। करंट आ जाता है, ल्यूमिनस इंटेंसिटी आ जाती है, अमाउंट ऑफ सबस्टांस आ जाता है। तू मैंने कोई दस सकता है अमाउंट ऑफ सबस्टांस की होंगे? आप पढ़ के आए हैं, मैं तुहानूं पढ़ाया भी होया, मैं आप पढ़ाया नहीं याद किसी ने भी। मोल कंसैप्ट में पढ़ाया नहीं सी अमाउंट ऑफ सबस्टांस, वो भी की है एक फंडामेंटल फिजिकल क्वांटिटी है, इंडिपेंडेंट है, मतलब ये जिहड़ियां सब तो क्वांटिटीज है ये किसी उत्ते डिपेंड नहीं करदियां, ये आप दे विच ही पूरीਆਂ ने। सिलेबस विच तुहाडे सिर्फ आ 3 है 11वीं दे, जिहड़ी टैंपरेचर है तुसीं अगे वाले चैप्टर्स पढ़ोगे, करंट तुसीं पढ़नी है +2 च। आह जिहड़ा अमाउंट ऑफ सबस्टांस है ये तुसीं पढ़ ही रहे हो केमिस्ट्री दे विच। ल्यूमिनस इंटेंसिटी रहेगी, ल्यूमिनस इंटेंसिटी की होंगी है, लाइट की पावर रिलेटेड है, ये तुसीं नहीं पढ़नी, इन्होंने इन्ना डीप विच लेके जाने की आपां नूं लोड़ नहीं हैगी। फिर अपने को आ जाती डिराइव्ड फिजिकल क्वांटिटीज। डिराइव्ड मतलब ही समझ आ रहा है नाम तो ही कि किसी चीज़ तो बन के आती है। ਇਹੋ जी फिजिकल क्वांटिटियां ਜਿਹੜੀਆਂ किसी चीज़ तो बन के आती हैं उन्होंने आप बोलते हैं डिराइव्ड फिजिकल क्वांटिटीज। की तो बन के आउणगियां, ऑफ कोर्स फंडामेंटल क्वांटिटीज तो ही बन के आउणगियां, क्योंकि देखो जी फंडामेंटल क्वांटिटीज है वो आपदे आप च पूरीਆਂ ने, वो किसी तो बन के नहीं आती। पर जे आप गल करिए डिराइव्ड की, डिराइव्ड की वो किसी तो बन के आती हैं, की तो बन के आती हैं फंडामेंटल फिजिकल क्वांटिटीज तो। डिराइव्ड फिजिकल क्वांटिटीज बहुत सारियां ने, जिवें स्पीड, फिर वेलोसिटी, फोर्स, टॉर्क, वर्क, एनर्जी, प्लैंक्स कांस्टेंट, ਇਹੋ ਜਿਹੀ बहुत टर्म्स, प्रेशर, डेंसिटी, ਇਹੋ ਜਿਹੀ बहुत टर्म्स ਤੁਸੀਂ ਪੜੋਗੇ ਜਿਹੜੀਆਂ ਡਿਰਾਈਵਡ ਫਿਜ਼ੀਕਲ ਕੁਆਂਟੀਟੀਜ਼ ਹੁੰਦੀਆਂ। ਇਹਨਾਂ 7 ਦੇ ਸਿਵਾਏ ਜਿੰਨੀਆਂ ਵੀ ਆਪਾਂ ਕੁਆਂਟੀਟੀਜ਼ ਪੜ੍ਹਦੇ ਆ, ਜਿੰਨੀਆਂ ਵੀ, ਚਾਹੇ ਉਹ ਹੋਏਗਾ ਕੀ ਨਾਮ ਹੈ ਆਪਣਾ फोर्स है, चाहे टॉर्क है, चाहे प्रेशर है, चाहे वेलोसिटी है, चाहे स्पीड है, ये सारियां की होंगियां डिराइव्ड फिजिकल क्वांटिटीज होंगियां। कहने का भाव की है कि ये फंडामेंटल फिजिकल क्वांटिटीज तो बन के आती हैं, जिन्ना करके इन्होंने आप की बोलते हैं डिराइव्ड फिजिकल क्वांटिटीज बोलते हैं। ठीक है जी, आ क्लियर होया। आ 3 पॉइंट फिजिकल क्वांटिटी की होंगी है, फंडामेंटल फिजिकल क्वांटिटी की होंगी है, डिराइव्ड फिजिकल क्वांटिटीज की होंगी है। हुण अपने को आ जाता है फंडामेंटल यूनिट्स। नाम तो पता लग रहा है ਜਿਹੜੀ ਆਪਾਂ फंडामेंटल फिजिकल क्वांटिटीज डिस्कस कीतियां सी ਉਹਨਾਂ ਦੇ यूनिट्स ਨੂੰ ਆਪਾਂ ਕੀ ਬੋਲਦੇ ਆ, फंडामेंटल यूनिट्स। ठीक है जी, वो भी डिराइव्ड यूनिट्स भी नाम तो ही दस रहे कि ਜਿਹੜੀ ਆਪਾਂ डिराइव्ड फिजिकल क्वांटिटीज पढ़िया सी ਉਹਨਾਂ ਦੇ ਜਿਹੜੇ ਆਪਾਂ यूनिट्स है ਉਹਨਾਂ ਨੂੰ ਆਪਾਂ ਕੀ ਬੋਲਦੇ ਆ, डिराइव्ड यूनिट्स। ठीक है जी, जे ਆਪਾਂ ਹੁਣ ਸਾਰਾ ਕਨਕਲੂਜਨ ਕੱਢੀਏ 1 ਮਿੰਟ ਦੇ ਵਿੱਚ। सब तो पहले आप पढ़ी फिजिकल क्वांटिटी की होंगी है ਇਹੋ ਜਿਹੀ चीज़ां जिन्होंने आप माप ਤਾਂ सकते हैं, नाल ही उन्होंने न्यूमेरिकल वैल्यू भी होनी चाहिए तो यूनिट भी होना चाहिए। जी अपनी फिजिकल क्वांटिटी है वो अगे 2 पार्ट्स डिराइव्ड है, फंडामेंटल फिजिकल क्वांटिटी ते डिराइव्ड फिजिकल क्वांटिटी। फंडामेंटल फिजिकल क्वांटिटी किहड़ी होंदी है, जिहड़ी आपदे आप विच ही पूरीਆਂ ने, या फिर वो किसी ते डिपेंड नहीं करदियां, वो अपने आप ही बनी बनाई आंदियां। अपने कोल 7 ने, वैसे 7 होंदियां पर सिलेबस 'ਚ 3 है। किहड़ी मास, लेंथ, टाइम, टैंपरेचर, करंट, ल्यूमिनस इंटेंसिटी, द अमाउंट ऑफ सबस्टांस, ये सब तो की है फंडामेंटल फिजिकल क्वांटिटीज। फिर अपने को आ जाती है डिराइव्ड फिजिकल क्वांटिटीज। नाम ही दस है कि किसी चीज़ तो डिराइव होके आनगियां। हुण डिराइव की तो होके आनगियां फंडामेंटल फिजिकल क्वांटिटीज तो। जिहड़ी डिराइव्ड फिजिकल क्वांटिटीज है ये फंडामेंटल फिजिकल क्वांटिटी तो बन के आती हैं, डिराइव होके आती हैं, जिन्ना करके इन्हों क्या आप बोलते हैं डिराइव्ड फिजिकल क्वांटिटीज। जिवें कि स्पीड आ जाती है, वेलोसिटी आ जाती है, फोर्स आ जाता है, टॉर्क आ जाता है, प्रेशर आ जाता है, डेंसिटी आ जाती है, एनर्जी आ जाती है, वर्क आ जाता है, काफ़ी अगे आप पढ़ांगे।
ठीक है जी। फिर अपने को आते हैं फंडामेंटल यूनिट्स। फंडामेंटल यूनिट्स की होंगे ਜਿਹੜੀ फंडामेंटल फिजिकल ਕੁਆਂਟੀਟੀਜ਼ ਆਪਾਂ ਪੜ੍ਹ ਕੇ ਆਏ ਆ ਉਹਨਾਂ ਦੇ ਜਿਹੜੇ ਯੂਨਿਟਸ ਹੁੰਦੇ ਆ ਜਿਨ੍ਹਾਂ ਵਿੱਚ ਆਪਾਂ ਨੂੰ ਮੈਜ਼ਰ ਕਰਦੇ ਆ ਉਹਨਾਂ ਨੂੰ ਆਪਾਂ ਬੋਲਦੇ ਆ ਫੰਡਾਮੈਂਟਲ ਯੂਨਿਟਸ। ਫਿਰ ਆਪਣੇ ਕੋਲ ਆਉਂਦੇ ਡਿਰਾਈਵਡ ਯੂਨਿਟਸ। ਡਿਰਾਈਵਡ ਯੂਨਿਟਸ ਕੀ ਹੋਣਗੇ ਜਿਹੜੀ ਡਿਰਾਈਵਡ ਕੁਆਂਟੀਟੀਜ਼ ਆਪਾਂ ਪੜ੍ਹ ਰਹੇ ਆ ਜਿਹੜੇ ਉਹਨਾਂ ਦੇ ਯੂਨਿਟਸ ਹੁੰਦੇ ਆ ਉਹਨਾਂ ਨੂੰ ਆਪਾਂ ਬੋਲਦੇ ਆ ਡਿਰਾਈਵਡ ਯੂਨਿਟਸ। ਕਹਿਣ ਦਾ ਭਾਵ ਜਿਹੜੀ ਡਿਰਾਈਵਡ ਯੂਨਿਟਸ ਆਪਣੇ ਕੋਲ ਬਣ ਕੇ ਆਈਆਂ ਸੀ ਜਿਹੜੇ ਜਿਨ੍ਹਾਂ ਵਿੱਚ ਉਹਨਾਂ ਨੂੰ ਮਾਪਿਆ ਜਾਂਦਾ ਹੈ ਉਹਨਾਂ ਨੂੰ ਆਪਾਂ ਬੋਲਦੇ ਆ ਡਿਰਾਈਵਡ यूनिट्स। आई होप सो सारा समझ आई फिजिकल क्वांटिटी, फंडामेंटल फिजिकल क्वांटिटी, डिराइव्ड फिजिकल क्वांटिटी, फंडामेंटल यूनिट्स, डिराइव्ड यूनिट्स। ये तो बेसिक सी। हुण आपां अगली स्लाइड पे चलांगे जिहदे विच मैं तुहानूं तीन तरह के सिस्टम पढ़ाने हैं ते फिर आपां डायमेंशन फॉर्मूले भी पढ़ांगे ते बस। जे हाँ दूसरी गल एक टेंशन ना लो, ये सारे जिहड़ी फोटोज है इन्हां दी तुहानूं टैलीग्राम उत्ते मिल जाणगीआं तां सारी स्लाइड्स दी, तां टेंशन किसे नहीं लैनी, बस टैलीग्राम चैनल ਨੂੰ ज्वाइन कर लो। नेक्स्ट स्लाइड ਦੇ ਉੱਤੇ ਜੇ ਪਾਈਏ ਤਾਂ ਆਪਣੇ ਕੋਲ ਆ ਜਾਂਦਾ ਹੈ ਡਿਫਰੈਂਟ ਸਿਸਟਮ ਆਫ ਯੂਨਿਟਸ। ਇਹਦੇ ਉੱਤੇ ਕੁਐਸਚਨ ਬਣਨ ਦੇ ਚਾਂਸਸ ਹੈਗੇ ਹੈ, ਬਹੁਤ ਈਜ਼ੀ ਹੈ, ਬਹੁਤ ਚਾਰ ਤਰ੍ਹਾਂ ਦੇ ਆਪਣੇ ਕੋਲ ਸਿਸਟਮਸ ਹੁੰਦੇ ਆ। ਸਭ ਤੋਂ ਪਹਿਲਾਂ ਤਾਂ ਯੂਨਿਟਸ। ਯੂਨਿਟ ਸਮਝ ਆਇਆ ਨਾ, ਜਿਹੜੀ ਚੀਜ਼ ਨੂੰ ਆਪਾਂ ਮਾਪ ਰਹੇ ਹਾਂ ਉਸ ਕਿਸ ਯੂਨਿਟ ਨਾਲ ਮਾਪੀ ਜਾਂਦੀ ਹੈ। ਜਿਵੇਂ ਲੈਂਥ ਹੈ, ਲੈਂਥ ਮੀਟਰਸ 'ਚ ਮਾਪੀ ਜਾ ਸਕਦੀ ਹੈ, ਸੈਂਟੀਮੀਟਰਸ 'ਚ, ਮਿਲੀਮੀਟਰਸ, ਕਾਫੀ तरह की वो मापी जा सकती है। तो वो की यूनिट्स है। तो यूनिट्स अपने को वैसे तो चार तरह के होंगे CGS, MPS, FPS ते SI। जे गल करिए आप MPS ते SI ये दोनों सेम ही है एक तरह तो। SI ते MPS दोनों सेम है। ਜਿਹੜੀ अपनी SI सिस्टम है ये ऑल ओवर वर्ल्ड एक्सेप्टेड है, यूनिवर्सली एक्सेप्टेड ਦਾ मतलब ਹੁੰਦਾ ਹੈ ਕਿ ਪੂਰੇ ਵਰਲਡ ਦੇ ਅੰਦਰ ਐਕਸੈਪਟ ਕੀਤਾ ਜਾਂਦਾ ਹੈ ਇਸ ਨੂੰ SI ਨੂੰ। ਜਿਵੇਂ ਇੰਗਲਿਸ਼ ਹੈ, इंग्लिश सारे वर्ल्ड के अंदर जो कितने मर्जी चले जाओ तो तुसी गल करने वास्ते इंग्लिश का यूज़ करोगे बिकॉज आपको पता उन्होंने इंग्लिश वध वधिया आती है तो आप इंग्लिश का यूज़ करांगे। उवें SI सिस्टम की है सारे वर्ल्ड में एक्सेप्टेड है। जे कोई भी चीज़ मान लो फिर वो मीटर्स च मेजर होगी, चाहे तो तुसी इंडिया च मेजर कर रहे हो, चाहे तुसी कैनेडा, चाहे ऑस्ट्रेलिया, इंग्लैंड, USA कितने भी चले जाओ, जी लेंथ है वो मीटर च मेजर होगी SIS पे। ठीक है जी। सब तो पहला CGS तुसी लिख पता क्वेश्चन क्या आ सकता है, डिफाइन डिफरेंट सिस्टम्स ऑफ यूनिट्स। आ क्वेश्चन आ सकता है। तुसी पता की लिखना है, सब तो पहले लिखोगे CGS ते ਇਹਦੀ ਡੈਫੀਨੇਸ਼ਨ ਕਿਵੇਂ ਲਿਖੋਗੇ। ਇਨ CGS ਸਿਸਟਮ ਲੈਂਥ ਇਜ਼ ਮੈਜ਼ਰਡ ਇਨ ਸੈਂਟੀਮੀਟਰ। ਲੈਂਥ ਕਾਚ ਮੈਜ਼ਰ ਹੁੰਦੀ ਹੈ CGS ਸਿਸਟਮ ਦੇ ਅੰਦਰ ਸੈਂਟੀਮੀਟਰ ਦੇ ਅੰਦਰ, ਮਾਸ ਮੈਜ਼ਰ ਹੁੰਦਾ ਹੈ ਗ੍ਰਾਮਸ ਦੇ ਅੰਦਰ, टाइम मेजर ਹੁੰਦਾ ਹੈ सेकंड्स ਦੇ ਅੰਦਰ। समझ आ गई सब नु। जे किसी भी चीज की आप लेंथ ले रहे हैं तो CGS के अंदर मेजर होंगी है सेंटीमीटर्स च, जे आप मास ले रहे हैं तो ग्राम्स च, ते टाइम ले रहे हैं तो सेकंड्स च। ते तुसी जे लिख के आना CGS की डेफिनेशन और किवें लिख के आओगे। इन CGS सिस्टम ऑफ यूनिट द मास इज मेजर्ड इन ग्राम्स, the length is measured in centimeters and time is measured in seconds। आई लिख के आना। ठीक है जी। CGS क्लियर हो गया सब नु। फिर आ जाता है MPS। CGS ਦੇ ਵਿੱਚ ਦੇਖੋ ਜਿਹੜਾ C ਹੈ, C ਦਾ ਮਤਲਬ ਹੁੰਦਾ ਹੈ ਸੈਂਟੀਮੀਟਰ, G ਹੈ, G ਦਾ ਮਤਲਬ ਹੁੰਦਾ ਹੈ ਗ੍ਰਾਮ, ਜਿਹੜਾ S ਹੈ, S ਦਾ ਮਤਲਬ ਹੁੰਦਾ ਹੈ ਸੈਕਿੰਡ। ਠੀਕ ਹੈ ਜੀ। ਫਿਰ MKS, M ਕੀ ਰਿਪਰੈਜ਼ੈਂਟ ਕਰ ਰਿਹਾ ਹੈ, M ਐਕਚੁਅਲ ਦੇ ਵਿੱਚ ਰਿਪਰੈਜ਼ੈਂਟ ਕਰ ਰਿਹਾ ਲੈਂਥ ਜਿਹੜੀ ਹੈਗੀ ਉਹ ਮੈਜ਼ਰ ਹੁੰਦੀ ਹੈ ਮੀਟਰਸ 'ਚ। ਜਿਹੜੀ ਸੈਂਟੀਮੀਟਰ 1 ਮੀਟਰ ਦੇ ਅੰਦਰ 100 ਸੈਂਟੀਮੀਟਰ ਹੁੰਦੇ ਤਾਂ ਮਤਲਬ ਜਿਹੜੀ ਸੈਂਟੀਮੀਟਰ ਉਹ ਛੋਟੀ ਪੋਸਟ ਹੈ, M ਜਿਹੜੀ ਆਪਣੀ ਮੀਟਰ ਹੈ ਉੱਪਰਲੀ ਪੋਸਟ ਹੈ, ਐ ਸਮਝ ਲਓ। ठीक है जी। फिर K ਦਾ ਮਤਲਬ ਹੈ ਇੱਥੇ ਮਾਸ ਕੀ ਹੈ ਮੈਜ਼ਰ ਹੁੰਦਾ ਹੈ ਕਿਲੋਗ੍ਰਾਮਸ ਦੇ ਵਿੱਚ। टाइम ਤਾਂ ਆਪਣਾ ਸੇਮ ਸੈਕਿੰਡਸ ਵਿੱਚ ਹੀ ਮੈਜ਼ਰ ਹੋ। टाइम ਕਿੱਥੇ ਵੀ ਚੇਂਜ ਨਹੀਂ ਹੁੰਦਾ, ਚਾਹੇ ਉਹ SI ਸਿਸਟਮ ਹੈ, ਚਾਹੇ CGS ਸਿਸਟਮ ਹੈ, ਚਾਹੇ ਉਹ FPS ਸਿਸਟਮ ਹੈ। ठीक है जी। फिर ਇਹ ਜਿਹੜਾ M ਰਿਪਰੈਜ਼ੈਂਟ ਕਰ ਰਿਹਾ ਲੈਂਥ ਨੂੰ, K ਰਿਪਰੈਜ਼ੈਂਟ ਕਰ ਰਿਹਾ ਮਾਸ ਨੂੰ ਤੇ S ਰਿਪਰੈਜ਼ੈਂਟ ਕਰ ਰਿਹਾ ਟਾਈਮ ਨੂੰ। ਇਹਦੀ ਡੈਫੀਨੇਸ਼ਨ ਕਿਵੇਂ ਲਿਖੋਗੇ। ਇਨ MKS ਸਿਸਟਮ ਦ ਲੈਂਥ ਇਜ਼ ਮੈਜ਼ਰਡ ਇਨ ਮੀਟਰਸ ਐਂਡ ਦ ਮਾਸ ਇਜ਼ ਮੈਜ਼ਰਡ ਇਨ ਕਿਲੋਗ੍ਰਾਮਸ ਐਂਡ ਟਾਈਮ ਇਜ਼ ਮੈਜ਼ਰਡ ਇਨ ਸੈਕਿੰਡਸ। ठीक है जी। फिर अपने को आ जाता है FPS। FPS बहुत घट बच्चों ने सुनिया होगा FPS, क्योंकि इंडिया विच है ही नहीं। हाँ जी सही सुनिया, इंडिया विच FPS ਨੂੰ यूज बहुत रेयरली किया जाता, बहुत ज़्यादा रेयरली। ਜਿਹੜਾ FPS सिस्टम है ये ज़्यादातर फॉरेन कंट्रीज च यूज होता है। हाँ जी फॉरेन कंट्रीज ਦੇ ਵਿੱਚ FPS यूज होता है बहुत ज़्यादा। ਤਾਂ FPS F ਦੇ ਵਿੱਚ ਜਿਹੜੀ ਲੈਂਥ ਹੈ ਉਹ ਮੈਜ਼ਰ ਹੁੰਦੀ ਹੈ ਫੁੱਟਸ ਦੇ ਵਿੱਚ। ਆਪਾਂ ਸੁਣਦੇ ਆ ਨਾ ਕਈ ਵਾਰ ਜੇ ਤੁਹਾਡਾ ਰੇਅਰਲੀ ਮਤਲਬ ਕੋਈ ਰਿਲੇਟਿਵ ਤੁਹਾਡਾ ਬਾਹਰ ਰਹਿੰਦੇ ਉਹ ਗੱਲ ਕਰ ਰਿਹਾ ਹੁੰਦਾ ਹੈ ਫੁੱਟ ਦੇ ਵਿੱਚ ਆ ਚੀਜ਼ ਲੈ ਆਓ, 1 ਫੁੱਟ ਲੈ ਆਓ, 2 ਫੁੱਟ ਲੈ ਆਓ। ਤਾਂ ਜਿਹੜੀ ਲੈਂਥ ਹੈ FPS ਸਿਸਟਮ 'ਚ ਫੁੱਟ ਦੇ ਅੰਦਰ ਹੁੰਦੀ ਹੈ। ਮਾਸ ਹੁੰਦਾ ਪਾਉਂਡਸ 'ਚ। ਕਦੇ ਸੁਣਿਆ ਤੁਸੀਂ ਕਿ ਯਾਰ ਉਹ 5 ਪਾਉਂਡ ਦੀ ਚੀਜ਼ ਲਿਆਇਆ, 10 ਪਾਉਂਡ ਦੀ ਚੀਜ਼ ਬਾਹਰੋਂ ਲੈ ਕੇ ਆਇਆ ਬੰਦਾ। ਤਾਂ ਮਤਲਬ ਬਾਹਰਲੀ ਕੰਟਰੀਜ਼ ਦੇ ਵਿੱਚ ਲੈਂਥ ਨੂੰ ਮੈਜ਼ਰ ਕੀਤਾ ਜਾਂਦਾ ਹੈ ਫੁੱਟ ਦੇ ਅੰਦਰ, ਮਾਸ ਨੂੰ ਮੈਜ਼ਰ ਕੀਤਾ ਜਾਂਦਾ ਹੈ ਪਾਉਂਡਸ ਦੇ ਅੰਦਰ, ਟਾਈਮ ਤਾਂ ਹਰ ਜਗ੍ਹਾ ਸੇਮ ਹੈ ਸੈਕਿੰਡ। ਤਾਂ ਇਹਦੇ ਵਿੱਚ ਆਪਾਂ ਜੇ ਦੇਖੀਏ F ਰਿਪਰੈਜ਼ੈਂਟ ਕਰ ਰਿਹਾ ਫੁੱਟ ਨੂੰ, P ਰਿਪਰੈਜ਼ੈਂਟ ਕਰ ਰਿਹਾ ਪਾਉਂਡ ਨੂੰ ਤੇ S ਰਿਪਰੈਜ਼ੈਂਟ ਕਰ ਰਿਹਾ
ਸੈਕਿੰਡ ਨੂੰ। ਜੀ ਇਹਨੂੰ ਆਪਾਂ ਕਿਵੇਂ ਲਿਖਾਂਗੇ? In FPS system of units, length is measured in foots, mass is measured in pounds and time is measured in seconds. फिर जो SI आ जाता है, SI बस तुसी आही लाइन लिखनी है, modified form of MKS सिस्टम। ਜਿਹੜੀ ਚੀਜ਼ਾਂ MKS ਸਿਸਟਮ ਵਿੱਚ ਹੁੰਦੀਆਂ, MKS ਸਿਸਟਮ ਦੇ ਵਿੱਚ ਲੈਂਥ ਵਿੱਚ ਮੈਜ਼ਰ ਹੁੰਦੀ ਹੈ ਮੀਟਰਸ 'ਚ, ਆਪਣੀ ਮਾਸ ਵਿੱਚ ਮੈਜ਼ਰ ਹੁੰਦਾ ਹੈਗਾ ਕਿਲੋਗ੍ਰਾਮਸ 'ਚ, ਟਾਈਮ ਮੈਜ਼ਰ ਹੁੰਦਾ ਸੈਕਿੰਡਸ 'ਚ। ਸੇਮ SI ਦੇ ਵਿੱਚ ਵੀ ਸੇਮ ਹੀ ਹੈ। ਕੁਝ ਚੀਜ਼ਾਂ ਦੀ ਮੈਜ਼ਰਿੰਗ ਕੀ ਆ ਉਹ ਚੇਂਜ ਹੁੰਦੀ ਹੈ MKS ਨਾਲੋਂ, ਉਹ ਤੁਹਾਨੂੰ ਹਲੇ ਪੜ੍ਹਨ ਦੀ ਲੋੜ ਨਹੀਂ ਹੈਗੀ। ਜੇ ਆਪਾਂ ਹੁਣ ਇਹਦਾ ਕਨਕਲੂਜਨ ਕੱਢੀਏ ਇਸ ਸਲਾਈਡ ਦਾ, ਇਸ ਸਲਾਈਡ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ एक क्वेश्चन कवर किया। क्वेश्चन आ सकता है डिफाइन डिफरेंट सिस्टम ऑफ यूनिट्स। तो आप की लिख के आवांगे वी आर हैविंग 4 टाइप्स ऑफ सिस्टम ऑफ यूनिट्स। पहला सिस्टम सीगा CGS। CGS ਦੇ ਵਿੱਚ ਕੀ ਹੈ? ਲੈਂਥ ਮੈਜ਼ਰ ਹੁੰਦੀ ਹੈ ਸੈਂਟੀਮੀਟਰਸ 'ਚ, ਮਾਸ ਮੈਜ਼ਰ ਹੁੰਦਾ ਗ੍ਰਾਮਸ ਤੇ ਟਾਈਮ ਮੈਜ਼ਰ ਹੁੰਦਾ ਸੈਕਿੰਡਸ ਦੇ ਵਿੱਚ। ਫਿਰ ਆਪਾਂ ਗੱਲ ਕੀਤੀ MKS ਦੀ। MKS ਵਿੱਚ ਮਾਸ ਕਾਹਦੇ ਵਿੱਚ ਮੈਜ਼ਰ ਹੁੰਦਾ ਹੈਗਾ? किलोग्राम्स च, लेंथ मैजर होंदी है मीटर्स च, टाइम मैजर होंदा है सेकंड्स च। फिर आप गल की FPS की। FPS दे विच जिहड़ी लेंथ है वो मैजर होंदी है फुट्स च, जिहड़ा मास है वो मैजर होंदा है पाउंड्स च, ते जिहड़ा टाइम अपना मैजर होंदा है सेकंड्स दे विच। फिर आप गल की SI। SI की वो एक मॉडिफाइड वो हैगा, की नाम है मॉडिफाइड फॉर्म है MKS सिस्टम की। ठीक है जी, सारे वास्ते क्लीयर होया। हुण आपां ਅੱਗੇ ਚੱਲਦੇ ਹਾਂ ਡਾਇਮੈਂਸ਼ਨਲ ਫਾਰਮੂਲਾਸ ਤੇ। ਉਹਨਾਂ ਦੇ ਕੁਐਸਚਨ ਆਉਣ ਦੇ ਬਹੁਤ ਜ਼ਿਆਦਾ ਹਾਈ ਚਾਂਸਸ ਰਹਿੰਦੇ ਹੁੰਦੇ। ਹੁਣ ਆਪਣਾ ਨੈਕਸਟ ਮੋਸਟ ਇੰਪੋਰਟੈਂਟ ਟੌਪਿਕ ਆ ਜਾਂਦਾ ਡਾਇਮੈਂਸ਼ਨਲ ਫਾਰਮੂਲਾਸ। ਤਾਂ ਡਾਇਮੈਂਸ਼ਨਲ ਫਾਰਮੂਲਾਸ ਤੁਹਾਡੇ ਹਰ ਜਗ੍ਹਾ ਕੰਮ ਆਉਣਗੇ ਫਿਜ਼ਿਕਸ ਦੇ ਵਿੱਚ। ਤਾਂ ਜੇ ਤੁਹਾਡਾ ਇਹ ਟੌਪਿਕ ਕਲੀਅਰ ਹੋ ਗਿਆ ਤਾਂ ਤੁਹਾਡੀ ਅੱਧੀ ਫਿਜ਼ਿਕਸ ਸੌਖੀ ਹੋ ਗਈ। ਤੇ ਇਹਨੂੰ ਮਾਰਕ ਕਰ ਲਓ ਮੋਸਟ ਇੰਪੋਰਟੈਂਟ ਟੌਪਿਕ। ਠੀਕ ਹੈ ਜੀ। ਸੋ ਮੈਂ ਡਾਇਮੈਂਸ਼ਨ ਫਾਰਮੂਲਾ ਦੱਸੂਗਾ ਕਿਵੇਂ ਡਿਰਾਈਵ ਕਰਦੇ, ਕਿਵੇਂ ਕੀ ਕਰਨਾ ਹੁੰਦਾ ਹੈ। ਮੈਂ ਤੁਹਾਨੂੰ ਪਿੱਛੇ ਉਂਝੇ ਪੜਾਇਆ ਸੀ ਨਾ कि फंडामेंटल फिजिकल क्वांटिटीज, डिराइव्ड फिजिकल क्वांटिटीज, वो सारियां ही डिराइव्ड फिजिकल क्वांटिटीज डायमेंशनल फार्मूले तो बनती हैं। तो चलो आप स्टार्ट करते हैं डायमेंशनल फार्मूला टॉपिक ਨੂੰ। सब तो पहला ਤਾਂ ਤੁਹਾਨੂੰ ਕੁਝ ਆਇਡੈਂਟੀਟੀਜ਼ ਕਲੀਅਰ ਹੋਣੀਆਂ ਚਾਹੀਦੀਆਂ। ਮੈਥਮੈਟਿਕਲ ਆਇਡੈਂਟੀਟੀਜ਼ ਹੈ ਤਾਂ ਦੋ ਹੀ ਆਇਡੈਂਟੀਟੀਜ਼ ਹੈ, ਜ਼ਿਆਦਾ ਨਹੀਂ ਹੈ। ਮੰਨ ਲਓ a into a ਤੇ m ਦੀ ਪਾਵਰ ਤੇ n ਇਹ ਬਰਾਬਰ ਹੁੰਦਾ ਹੈ a m plus n। मतलब ਇਹੋ ਜੇ ਤਾਂ ਮੰਨ ਲਓ ਦੋਵੇਂ ਦਾ ਦੋਵਾਂ ਚੀਜ਼ਾਂ ਦੇ ਬੇਸ ਸੇਮ ਹੈ ਪਰ ਪਾਵਰਾਂ ਅਲੱਗ-ਅਲੱਗ ਹੈ ਤਾਂ ਉਹਨਾਂ ਨੂੰ ਆਪਾਂ ਕੀ ਲਿਖ ਸਕਦੇ ਹਾਂ? ਬੇਸ ਸੇਮ ਰਹੂਗਾ, ਪਾਵਰਾਂ ਐਡ ਹੋ ਜਾਣਗੀਆਂ। ਜਿਵੇਂ ਕਿ ਫੋਰ ਐਗਜ਼ਾਮਪਲ ਲੈ ਲਓ, ਜਿਵੇਂ 2 into 2 ਹੈ। ਦੇਖੋ ਦੋਨਾਂ ਨੰਬਰ ਸੇਮ ਹੈ ਨਾ ਤੇ ਇਹਨਾਂ ਦੀ ਪਾਵਰਾਂ ਨੇ, ਇਹਦੀ 3 ਹੈ ਇਹਦੀ 2 ਹੈ, ਇਹਦੀ 3 ਹੈ ਤੇ 2। ਤਾਂ ਇਹਦੇ ਤੇ ਆਇਡੈਂਟੀਟੀ ਅਪਲਾਈ ਕਰੀਏ, मतलब ਆ ਦੋਨਾਂ ਦੇ ਬੇਸ ਸੇਮ ਹੈ ਤਾਂ ਪਾਵਰਾਂ ਕੀ ਹੋ ਜਾਣਗੀਆਂ? ਐਡ। ਤਾਂ ਕੀ ਆ ਜਾਊਗਾ? 2 ਦੀ ਪਾਵਰ 5। ਚਾਹੇ ਕੈਲਕੂਲੇਟ ਕਰਕੇ ਦੇਖ ਲਓ, ਇਹ 8 ਹੁੰਦਾ ਹੈ, 2 ਦੀ ਪਾਵਰ 4 ਹੁੰਦਾ ਹੈ ਤੇ 8 4 ਦਾ ਕਿੰਨਾ ਹੁੰਦਾ ਹੈ? 32 ਤੇ 2 ਦੀ ਪਾਵਰ 5 ਵੀ ਕਿੰਨਾ ਹੁੰਦਾ ਹੈ? 32। ਤਾਂ ਇਹ ਦੋਨੋਂ ਕੀ ਆ ਰਹੇ? ਬਰਾਬਰ ਆ ਰਹੇ। ਇਟ ਮੀਨਸ ਸਿੱਧੀ ਜੀ ਗੱਲ ਹੈ, ਜਦੋਂ ਦੋਨਾਂ ਦਾ ਬੇਸ ਕੀ ਹੋਵੇ? ਸੇਮ ਹੋਵੇ, ਪਾਵਰਾਂ ਅਲੱਗ-ਅਲੱਗ ਹੋਣ। ਬੇਸ ਸੇਮ ਹੋਵੇ, ਪਾਵਰਾਂ ਅਲੱਗ-ਅਲੱਗ ਹੋਣ ਤੇ ਜਿਹੜਾ ਆਪਣੇ ਕੋਲ ਫਾਈਨਲ ਆਨਸਰ ਆਂਦਾ ਹੈ ਉਹਦੇ ਵਿੱਚ ਬੇਸ ਤਾਂ ਉਹੀ ਰਹੂਗਾ, ਪਾਵਰਾਂ ਕੀ ਹੋ ਜਾਂਦੀਆਂ ਨੇ? ਐਡ ਹੋ ਜਾਂਦੀਆਂ। ਆ ਕਲੀਅਰ ਹੋ ਗਿਆ ਹੋਊਗਾ ਸਭ ਨੂੰ, ਆਈ ਹੋਪ। ਫਿਰ ਸੈਕਿੰਡ ਆਇਡੈਂਟੀਟੀ ਆ ਜਾਂਦੀ ਹੈ a ਡਿਵਾਈਡ a ਤੇ ਮੰਨ ਲਓ ਪਾਵਰਸ ਹੈ ਫਿਰ ਤੋਂ m ਤੇ n। ਠੀਕ ਹੈ ਜੀ। ਬੇਸ ਦੋਨਾਂ ਦਾ ਸੇਮ ਹੈ, ਪਾਵਰਾਂ ਅਲੱਗ-ਅਲੱਗ ਹੈ ਪਰ ਇਸ ਵਾਰ ਕੀ ਡਿਵਾਈਡ ਵਿੱਚ ਹੈ ਤਾਂ ਇਹ ਕੀ ਹੋ ਜਾਣਗੇ? a ਤਾਂ ਹੀ ਲਿਖਿਆ ਜਾਊ, m ਦੇ ਵਿੱਚੋਂ n ਕੱਟ ਦੋ, ਉੱਪਰ ਵਾਲੀ ਪਾਵਰ ਜੋ ਨੀਚੇ ਵਾਲੀ ਪਾਵਰ ਕੀ ਹੈ? ਸਬਟ੍ਰੈਕਟ ਕਰ ਦੋ ਤਾਂ ਤੁਹਾਡੇ ਕੋਲ ਇਹ ਆ ਜਾਊਗਾ ਤੁਹਾਡਾ ਆਨਸਰ। ਇਹ ਵੀ ਸੇਮ ਪ੍ਰੂਵ ਹੋ ਸਕਦਾ ਹੈ। ਮੰਨ ਲਓ ਆਪਣੇ ਕੋਲ ਹੈਗਾ 2 ਦੀ ਪਾਵਰ 2 ਡਿਵਾਈਡ 2 ਦੀ ਪਾਵਰ 3। ਤਾਂ ਹੁਣ ਕੀ ਸੀਗਾ ਆਪਾਂ ਵੀ ਚਲੋ 2 ਦੀ ਪਾਵਰ 3 ਨਹੀਂ, ਇੱਥੇ ਤੁਸੀਂ ਲੈ ਲਓ, ਇੱਥੇ 3 ਲੈ ਲਓ ਤੇ ਇੱਥੇ 2 ਲੈ ਲਓ। ਠੀਕ ਹੈ ਜੀ। ਤੇ ਹੁਣ ਮੰਨ ਲਓ ਕਿਉਂਕਿ ਤੁਹਾਨੂੰ ਪਤਾ ਹੈ ਬੇਸ ਕੀ ਹੈ? ਦੋਨਾਂ ਦਾ 2 ਹੈ, ਬੇਸ ਸੇਮ ਹੈ ਤਾਂ ਆਨਸਰ ਵਿੱਚ ਬੇਸ 2 ਹੀ ਰਹੂਗਾ ਕਿਉਂਕਿ ਇੱਥੇ a ਡਿਵਾਈਡ a ਸੀ ਤਾਂ a ਹੀ ਰਹਿਣਾ ਤਾਂ ਇੱਥੇ ਵੀ 2 ਹੀ ਰਹੂਗਾ। ਪਾਵਰਾਂ ਕੀ ਉੱਪਰ ਵਾਲੀ ਪਾਵਰ ਚੋਂ ਨੀਚੇ ਵਾਲੀ ਪਾਵਰ ਨੂੰ ਕੀ ਕਰਨਾ ਹੈ? ਮਾਈਨਸ ਕਰ ਦੇਣਾਗਾ। ਤਾਂ 2 ਦੀ ਪਾਵਰ 3 ਚੋਂ ਆਪਾਂ ਜਦੋਂ 3 - 2 ਕਰਾਂਗੇ ਤਾਂ ਆਪਣੇ ਕੋਲ ਕੀ ਆ ਜਾਊਗਾ? 2 ਦੀ ਪਾਵਰ 1 ਜਾਂ ਫਿਰ ਸਿੰਪਲ 2। कैलकुलेट करोगे तो ਇਹਦਾ ਆਨਸਰ 2 ਹੀ ਆ ਰਿਹਾ ਹੋਊਗਾ ਕਿਉਂਕਿ ਇਹ ਆਇਡੈਂਟੀਟੀਜ਼ ਪ੍ਰੂਵ ਹੁੰਦੀਆਂ। ਜੇ ਤੁਹਾਨੂੰ ਆ ਡਿਵਾਈਡ ਵਾਲੀ ਆਇਡੈਂਟੀਟੀ ਔਖੀ ਲੱਗਦੀ ਹੈ ਤਾਂ ਸਿੰਪਲ ਕਰ ਲਓ। ਮੰਨ ਲਓ 2 ਦੀ ਪਾਵਰ 3 ਸੀ, ਇਹਨੂੰ ਆਪਾਂ 2 ਵਾਰ 3 ਲਿਖ ਸਕਦੇ ਆ ਨਾ। 3 बार मैं 2 लिखता क्योंकि 2 की पावर कितनी सी 3 है। सेम नीचे की 2 की पावर 2 है तो नीचे 2 बार 2 लिख दिए। आ दो कैंसिल, आ दो कैंसिल, तो आंसर क्या आ गया? सोडा 2 आ गया। चाहे तो आ वाला रूल फॉलो कर लो।
मैथमेटिक्स स्टूडेंट्स ਜਿਹੜੇ परमुटेशन कॉम्बिनेशन विचार ਨੂੰ फॉलो करना बहुत सीखते हैं ਉਹ ਵੀ ਜੇ ਤੁਸੀਂ ਬਾਇਓ ਵਾਲੇ ਸਟੂਡੈਂਟ ਹੋ ਪਰ मैं ਪ੍ਰੈਫਰ ਦਿੰਨਾ ਆ ਵਾਲੇ ਦੋ ਆਇਡੈਂਟੀਟੀਜ਼ ਨੂੰ क्योंकि ये आइडेंटिटीज थोड़े बहुत अगे काम आउणगे तो इन्हां आइडेंटिटीज ਨੂੰ याद कर लो फिर तो ਜਦੋਂ दो चीज़ों का बेस सेम होवे पावरां अलग अलग होण बेस सेम होवे पावरां अलग अलग होण तो जिहड़ा अपना फाइनल आंसर आंदा उस बेस तो वही रहूगा पर पावरां की हो जाणगियां ऐड हो जाणगियां फिर ਜਦੋਂ दो चीज़ां बेस सेम होवे पर वो डिवाइड दे विच होण ते पावरां अलग अलग होवे दो चीज़ां दा बेस सेम है पावरां दे अलग अलग है तो डिवाइड विच है तो जिहड़ा उन्हां दा फाइनल आंसर की आऊगा उपरली पावर चों निचली पावर नूं तुसीं की कर देना है घटा देना है तो तुहाडे कोल फाइनल आंसर ये आ जाऊगा आई होप सोनू सारिਆਂ ਨੂੰ ਆ दोनों आइडेंटिटीज क्लीयर हो गई होणगियां काफ़ी सौखी आइडेंटिटीज सी हुण आपां करदे हां मेन टॉपिक जिहड़ा है डायमेंशनल फार्मूलाज सारे डायमेंशन फार्मूलाज मैं इत्थे करवाऊंगा एंड तक बने रहो जे आपां गल करिए फिजिक्स के चैप्टर 1 दे तो अपने को बहुत ज़्यादा सारे डायमेंशनल फार्मूलाज है पर बहुत सौखे होने वाले कोई बाली औखी चीज़ नहीं है डायमेंशनल फार्मूले एक बार समझ गए ना तो तुहाडे लई बहुत सौखा काम हो जाऊगा जिवें स्पीड है स्पीड आपां सब नूं पता है स्पीड बराबर हुंदी है डिस्टेंस अपॉन टाइम दे ਹੁਣ ਜਿਹੜੀ ਡਿਸਟੈਂਸ ਉਹ ਕਾਹ ਚ ਮੈਜ਼ਰ ਹੁੰਦੀ ਹੈ ਲੈਂਥ ਦੇ ਵਿੱਚ ਲੈਂਥ ਵੀ ਤਾਂ ਇੱਕ ਤਰ੍ਹਾਂ ਦਾ ਡਿਸਟੈਂਸ ਹੀ ਹੋਊਗਾ ਤਾਂ ਲੈਂਥ ਨੂੰ ਆਪਾਂ ਕੀ ਲਿਖਦੇ ਹੁੰਦੇ ਆ L1 ਟਾਈਮ ਤਾਂ ਸਿੱਧੀ ਜੀ ਗੱਲ ਹੈ T1 ਹੀ ਲਿਖਾਂਗੇ ਟਾਈਮ ਕਾਹ ਚ ਮੈਜ਼ਰ ਹੁੰਦਾ ਸੈਕਿੰਡਸ ਚ ਸੈਕਿੰਡ ਨੂੰ ਆਪਾਂ ਕਿਹਦੇ ਨਾਲ ਰਿਪਰੈਜ਼ੈਂਟ ਕਰਦੇ ਆ ਟਾਈਮ ਨਾਲ ਤਾਂ T1 ਹੁਣ ਜਿਹੜੀ ਆ ਨੀਚੋਂ ਪਾਵਰ ਜਦੋਂ ਆਪਾਂ ਉੱਪਰ ਲੈ ਕੇ ਜਾਂਦੇ ਆ ਤਾਂ ਉਹ ਕੀ ਬਣ ਜਾਂਦੀ ਹੈ ਮਾਈਨਸ ਦੀ ਤਾਂ ਇਹ ਕੀ ਆ ਜਾਊਗਾ L1T 1 ਠੀਕ ਹੈ ਜੀ ਇਹ ਵਾਲਾ ਫਾਰਮੂਲਾ ਸੀ ਸਪੀਡ ਦਾ सेम वेलोसिटी वेलोसिटी होंदी है डिस्प्लेसमेंट ओवर टाइम डिस्प्लेसमेंट कादे विच मेजर हुंदी है मीटर्स कादे नाल रिप्रेजेंट हुंदे लेंथ दे नाल तो लेंथ ਨੂੰ ਆਪਾਂ ਕੀ ਲਿਖ ਸਕਦੇ ਹਾਂ L1 T1 ਤਾਂ ਹੀ ਰਹੂਗਾ क्योंकि टाइम है ਇਹਦਾ ਵੀ ਆਨਸਰ ਕੀ ਆ ਜਾਊਗਾ L1 T 1 ਆਏ ਤੁਸੀਂ ਕੁੰਡੀ ਬ੍ਰੈਕਟ ਵੀ ਪਾ ਦੇਣੀ ਹੈ ਕਲੋਜ਼ ਬ੍ਰੈਕਟ ਵੀ ਬੋਲਦੇ ਇਹਨੂੰ आज ਨੂੰ ਪਾ ਕੇ ਆਉਣੀ ਹੈਗੀ ਸਭ ਨੇ ਠੀਕ ਹੈ ਜੀ फिर आ जाता है एक्सलरेशन की होंगी है रेट ऑफ चेंज ऑफ वेलोसिटी ओवर टाइम हुण वेलोसिटी ओवर टाइम होंगी है अपनी एक्सलरेशन कोई वेलोसिटी का फार्मूला दस सकता है मैनू आप या वेलोसिटी का फार्मूला आ की हो गया L1 T -1 अपॉन T1 हुण L टाइम लिखा जाऊगा पर T हुण देखो दो है ऊपर भी है नीचे भी है ये एक आइडेंटिटी यूज होगी मैथ वाली मैं तुहानूं पिछले हुणे ही दस्सिया सी कि जदों ऊपर नीचे सेम बेस होवे ते पावरां की होण अलग अलग होण ऊपर नीचे की होवे सेम बेस होवे ते पावरां अलग अलग होण तां पावरां की हो जांदियां ने सबट्रैक्ट हो जांदियां ऊपर वाली पावर जो नीचे वाली पावर की है माइनस हो जाती है ठीक है जी ऊपर वाली पावर कितनी सी अपनी माइनस भी 1 नीचे भी की है 1 पर ਉਹਦੇ ਮੂਰੇ ਕੀ ਆ ਜੂ -1 ਤਾਂ ਮਾਈਨਸ ਮਾਈਨਸ ਕੀ ਹੋ ਜੂ ਪਲੱਸ ਤੇ ਆਨਸਰ ਕੀ ਆ ਜਾਊਗਾ -2 ਤਾਂ ਇਹ ਕਿਹਦੇ ਯੂਨਿਟ ਆ ਗਏ ਜਾਂ ਫਿਰ ਤੁਸੀਂ ਕਹਿ ਸਕਦੇ ਹੋ ਇਹ ਕਿਹਦੇ ਉਹ ਆ ਗਿਆ ਡਾਇਮੈਂਸ਼ਨ ਫਾਰਮੂਲਾ ਆ ਗਿਆ ਐਕਸਲਰੇਸ਼ਨ ਦਾ ਜਿਹੜੇ ਆਪਾਂ ਯੂਨਿਟਸ ਕੱਢ ਰਹੇ ਨੇ ਜਿਵੇਂ ਇਹਨੂੰ ਆਪਾਂ ਕੀ ਲਿਖ ਸਕਦੇ ਆ ਲੈਂਥ ਕਾਚ ਮੈਜ਼ਰ ਹੁੰਦੀ ਹੈ ਮੀਟਰਸ ਵਿੱਚ ਟਾਈਮ ਸੈਕਿੰਡ ਚ ਤਾਂ ਆਪਾਂ ਨੂੰ ਆਏ ਵੀ ਲਿਖ ਸਕਦੇ ਆ ਮੀਟਰ ਪਰ ਸੈਕਿੰਡ तो मीटर पर सेकंड की हो गए थे डिराइव्ड यूनिट्स हो गए वो भी इत्थे भी मीटर पर सेकंड डिराइव्ड यूनिट इत्थे मीटर पर सेकंड स्क्वायर मैं ਤੁਹਾਨੂੰ ਦੱਸਦਾ ਅੱਗੇ ਕੋਈ ਨਹੀਂ ਦੱਸੂਗਾ ਕਲੀਅਰ ਹੋ ਜਾਊਗਾ मोमेंटम बराबर ਹੁੰਦਾਗਾ मास इनटू वेलोसिटी ਦੇ ਹਾਂਜੀ मोमेंटम बराबर ਹੁੰਦਾ ਹੈ मास इनटू वेलोसिटी मास ਨੂੰ ਆਪਾਂ ਕਿਵੇਂ ਲਿਖਦੇ ਆ m1 वेलोसिटी ਕਿੰਨੀ ਹੁੰਦੀ ਹੈਗੀ वेलोसिटी ਦਾ ਫਾਰਮੂਲਾ ਆਪਾਂ ਹੁਣੇ ਕੱਢਿਆ ਜੋ ਕਿ ਹੈ L1 T -1 तो जब तुम इसे मल्टीप्लाई करोगे तो सीधा आ जाएगा m1 L1 T -1 ठीक है जी फोर्स होंगी है मास इनटू एक्सेलरेशन मास का m1 हो गया एक्सेलरेशन L1 T -2 ना मल्टीप्लाई कर दो बस डायरेक्ट सोडे को आ जाएगा m1 L1 T -2 फोर्स का यूनिट मोस्ट इंपॉर्टेंट है फोर्स अगे बहुत ज़्यादा यूज होता है फोर्स का भी याद ही कर लो सारे जने ठीक है जी फिर आ जाता अपने को टेंशन का डायमेंशन फार्मूला सेम फोर्स वाला ही होगा यानी कि m1 L1 T -2 ठीक है जी टेंशन ते फोर्स का सेम हो गया
वर्क ਹੁੰਦਾ फोर्स इनटू डिस्प्लेसमेंट, फोर्स इनटू डिस्प्लेसमेंट जो ਤੁਸੀਂ ਕਰੋਗੇ ਤਾਂ वर्क ਦਾ ਜਿਹੜਾ ਫਾਰਮੂਲਾ ਹੋਗਾ ਉਹ ਆਊਗਾ m1l2t 2। एनर्जी ਤੇ वर्क ਦਾ सेम ਹੁੰਦਾ ਹੈ, ठीक है जी, क्योंकि आप वर्क एनर्जी थ्योरम जे तो तुसी मेरी इंपॉर्टेंट क्वेश्चन वाली वीडियो देखी सी तो मैं दस्या सी कि एनर्जी दे वर्क बराबर होंगे तो डायमेंशनल फार्मूला भी उन्होंने सेम होंगे। पावर, पावर होंगी है रेट ऑफ चेंज ऑफ वर्क अपॉन टाइम, यानी कि वर्क अपॉन टाइम, तो जो आप लिखिए था m1l2t 2 अपॉन t1 यानी कि टाइम माइनस करांगे तो m1l2 -2 चो -1 वो करना -2 ਦੇ ਵਿੱਚੋਂ 1 ਮਾਈਨਸ ਕਰਨਾ ਹੈ ਤਾਂ ਕੀ ਆ ਜਾਊਗਾ t -3। ਜੇ ਆਪਾਂ ਫਿਰ ਕੱਢੀਏ ਏਰੀਆ, ਏਰੀਆ ਹੁੰਦਾ ਲੈਂਥ ਇਨਟੂ ਬ੍ਰੈਥ, ਲੈਂਥ ਵੀ ਮੀਟਰਸ ਚ ਮੈਜ਼ਰ ਹੁੰਦੀ ਹੈ, ਬ੍ਰੈਥ ਵੀ ਮੀਟਰਸ ਚ ਮੈਜ਼ਰ ਹੁੰਦੀ ਹੈ, ਤਾਂ ਇਹ ਕੀ ਆ ਜਾਊਗਾ l ਇਨਟੂ l ਬਰਾਬਰ l ਸਕੁਅਰ। ਵੋਲਿਊਮ, ਵੋਲਿਊਮ ਹੁੰਦਾ ਲੈਂਥ ਇਨਟੂ ਬ੍ਰੈਥ ਇਨਟੂ ਹਾਈਟ, ਤਿੰਨੋਂ ਲੈਂਥ ਉਹਦੇ ਵਿੱਚ ਮੈਜ਼ਰ ਹੁੰਦੇ, ਲੈਂਥ ਵਿੱਚ ਤਾਂ ਇਹਦਾ ਆ ਜਾਊਗਾ l ਕਿਊਬ। फिर जो आप गल करिए डेंसिटी, डेंसिटी होती है मास पर वॉल्यूम, मास पर वॉल्यूम, तो जो आप करांगे तो L1 T वॉल्यूम होती है ना M1 L -3। कुंडी ब्रैकेट जरूर पाओ, डायमेंशनल फार्मूला करन लगे। प्रेशर होंगे अपना फोर्स अपॉन एरिया, प्रेशर की होंगे फोर्स अपॉन एरिया, फोर्स यानी m1l1t -2 अपॉन एरिया l स्क्वायर। बेस सेम है, पावरा की हो जाएगी माइनस तो एक आ जो m1l l1 1 -2 क्योंकि पावरा की होंगी ऊपर वाली चो -2 करांगे, 1 चो -2 कटांगे तो की आ जाऊगा -1t -2। एक्सेलरेशन टू ग्रेविटी होंगी है वेलोसिटी ही, जी वेलोसिटी का आप कटते होंगे ना छोटी जी, तो वो भी की होगी वेलोसिटी वाला ही होगा डायमेंशनल फार्मूला। सब तो पहले तो तुसी इन्ना डायमेंशनल फार्मूला ते निगाह मारो, समझ आ रहे, कुछ नहीं कर रहे, डायरेक्ट फार्मूला पुट कर रहे हैं, जिवें डिस्टेंस अपॉन टाइम, डिस्प्लेसमेंट अपॉन टाइम, वेलोसिटी अपॉन टाइम, फिर फोर्स हुंदा मास इनटू एक्सेलरेशन, मास हुंदा m1, एक्सेलरेशन दा ਆਪਾਂ ਉੱਪਰੋਂ ਚੱਕਿਆ, ਫਿਰ वर्क ਕੀਤਾ, टेंशन ਕੀਤਾ, पावर ਕੀਤਾ, एरिया ਕੀਤਾ, वॉल्यूम, डेंसिटी, प्रेशर, एक्सेलरेशन ड्यू टू ग्रेविटी, सारे सौखे, कोई डिफिकल्ट है नहीं, ठीक है। ਅੱਗੇ ਆਪਣੇ ਕੋਲ ਆਇਆ ਹੈ ਸਰਫੇਸ ਟੈਂਸ਼ਨ ਦਾ ਫਾਰਮੂਲਾ। ਸਰਫੇਸ ਟੈਂਸ਼ਨ ਦਾ ਫਾਰਮੂਲਾ ਹੁੰਦਾ ਹੈ ਫੋਰਸ अपॉन लेंथ, यानी कि m1l1t -2 अपॉन l1। हुन दोनों के ऊपर बेस सेम है, l ते l है, पावर की हो जाती है माइनस, तो 1 - 1 करोगे तो l की पावर कितनी आ जाएगी 0। जे किसी भी चीज़ की पावर 0 होंगी है तो उन्होंने आप 1 लिख सकते हैं, तो जो m1 आप 1 ना मल्टीप्लाई करेंगे तो m1 ही रहूगा, तो इसका आंसर आ जाएगा m1t -2। फिर ग्रेविटेशनल कांस्टेंट, ये थोड़ा है टफ होंगे पर मैं तुहानू समझा देना। जिहड़ा अपना ग्रेविटेशनल कांस्टेंट है इसका सीधा फॉर्मूला नहीं होंदा, ये होंदा g m1 * m2 अपॉन r स्क्वायर। हुण देखो अपन नूं g का फॉर्मूला चाहिए वड्डी g का, तो बाकी सारे की है इधरले पासे ले आओ, यानी कि फोर्स, फोर्स का फॉर्मूला होंदा है m1l1t -2 * r स्क्वायर, r स्क्वायर की होगा यानी कि लेंथ, लेंथ का स्क्वायर अपॉन नीचे की है m1 * m2 में डायरेक्ट लिखता m स्क्वायर। हुण क्योंकि बेस नीचे भी सेम है ऊपर भी सेम है, पावरा की हो जाती सी -1 - 2 कितना आ जाऊगा -1। जे गल करिए l, हुण आ देखो इधर भी बेस की है l दोनों के सेम है, पावरा की होंगियां ऐड 1 + 2 करोगे तो 3 ते t -2 तो इसका डायमेंशनल फार्मूला सी गई, तो आ जाऊगा इनका। एंगल, एंगल का डायमेंशनल फार्मूला होंदा है m0 l0 ते t0, मतलब ये एक डायमेंशनलैस क्वांटिटी है जिहदे कोई भी डायमेंशनस नहीं होंगे। जदों भी कोई भी नंबर की पावर 0 है तो इट मीनस वो 1 होंदी है। यंग्स मॉडुलस, यंग्स मॉडुलस का वैसे डायरेक्ट फार्मूला ही होंदा है m1l1t -2। हाँ जी, इतने -1 आ चुका बस। m1 फोर्स वाले ही है, बस फोर्स वाले किसी l1 किसी का पॉजिटिव पर इतने की आ जाएगा नेगेटिव। सेम फॉर स्ट्रेस, स्ट्रेस दे भी सेम है m1l -1t -2।
ਹੁਣ ਆਇਆ ਨਾ प्लैंक्स कांस्टेंट। प्लैंक्स कांस्टेंट की ਹੁੰਦਾ ਗਾ, ਇਹਨੂੰ ਯਾਦ ਕਰਨ ਵਾਸਤੇ m1 l ਮਾਈਨਸ l2 ਆ ਜਾਊਗਾ ਤੇ t ਮਾਈਨਸ 1। ਹੁਣ ਤੁਸੀਂ ਕਹੋਗੇ ਜੀ ਤੁਹਾਨੂੰ ਕਿਵੇਂ ਯਾਦ ਸੀ ਇਹ, ਤੇ ਜਿਹੜੇ ਆਪਣੇ ਯੰਗਸ ਮੋਡੂਲਸ ਹੈ ਸਟ੍ਰੈਸ ਹੈ ਇਹ ਤਾਂ ਡਾਇਰੈਕਟ ਫੋਰਸ ਵਾਲੇ ਹੀ ਹੁੰਦੇ, ਇੱਕ ਇੱਥੇ ਮਾਈਨਸ ਆ ਜਾਂਦੀ ਹੈ। ਪਰ ਜਿਹੜਾ प्लैंक्स कांस्टेंट ਹੈ ਇਹਨੂੰ ਮੈਂ ਕਿਵੇਂ ਯਾਦ ਕੀਤਾ, ਮੈਂ ਫੋਰਸ ਤੇ ਦੇਖ ਲਏ, ਫੋਰਸ ਦੇ ਵਿੱਚ ਕੀ ਸੀ टाइम ਤੇ ਲੈਂਥ ਇਹ ਇੰਟਰਚੇਂਜ ਹੋ ਗਏ। ਜਿਵੇਂ ਇੱਥੇ टाइम -2 ਹੈ ਤਾਂ ਇੱਥੇ ਲੈਂਥ 2 ਹੋ ਗਈ, ਤੇ ਇੱਥੇ ਲੈਂਥ 1 ਸੀ ਤਾਂ ਇੱਥੇ टाइम 1 ਹੋ ਗਿਆ। ਆ ਮਾਈਨਸ ਮਾਈਨਸ ਤਾਂ ਦੋਨਾਂ ਚ ਸੇਮ ਹੀ ਹੈ, ਬਸ ਆ ਲੈਂਥ ਤੇ टाइम ਦੇ ਇੱਧਰ ਉੱਧਰ ਇੰਟਰਚੇਂਜ ਕਰਤੇ। ਆ ਸੀਗੇ ਤੁਹਾਡੇ ਸਾਰੇ ਡਾਇਮੈਂਸ਼ਨਲ ਫਾਰਮੂਲਾਸ। ਇੱਕ ਵਾਰ ਸਾਰੇ ਡਾਇਮੈਂਸ਼ਨਲ ਫਾਰਮੂਲਾਸ ਦੇਖ ਲਓ, ਟੈਲੀਗ੍ਰਾਮ ਉੱਤੇ ਇਦਾਂ ਸਭ ਦੀ ਪਿਕਸ ਮਿਲ ਜਾਣਗੀਆਂ। ਹੁਣ ਆਪਾਂ ਕਰਦੇ ਆਪਣੇ ਅਗਲੇ ਕੁਝ ਹੋਰ ਡਾਇਮੈਂਸ਼ਨਲ ਫਾਰਮੂਲਾਸ। फिर अपने को आएगा फ्रीक्वेंसी का डायमेंशनल फार्मूला, ए ਹੁੰਦਾ है 1/t1। ਹੁਣ नीचे वाली पावर ਨੂੰ ਆਪਾਂ ਉੱਪਰ ਲੈ ਕੇ ਜਾਵਾਂਗੇ ਤਾਂ ਪਾवर ਕੀ ਹੋ ਜਾਂਦੀ ਹੈ ਮਾਈਨਸ, ਤਾਂ ਇਹਦਾ ਡਾਇਮੈਂਸ਼ਨਲ ਫਾਰਮੂਲਾ ਕੀ ਆ ਜਾਊਗਾ t - 1। ਦੇਖੋ ਯਾਰ ਡਾਇਮੈਂਸ਼ਨਲ ਫਾਰਮੂਲਾਸ ਨਾ ਸੌਖੇ ਹੈ, ਮੈਂ ਆਏ ਮੰਨ ਕੇ ਚੱਲ ਰਿਹਾ ਤੁਸੀਂ ਜਮਾ ਹੀ ਨਹੀਂ ਪੜ੍ਹੇ ਹਲੇ ਤੱਕ, ਤੇ ਹੁਣ ਤੁਸੀਂ ਜਮਾ ਸ਼ੁਰੂ ਤੋਂ ਪੜ੍ਹ ਰਹੇ ਹੋ ਤਾਂ ਹੋ ਸਕਦਾ ਤੁਹਾਨੂੰ ਸਟਾਰਟਿੰਗ ਚੌਖੇ ਲੱਗਣ। ਜਦੋਂ ਤੁਸੀਂ ਆਪਣੇ ਆਪ ਬਣਾਓਗੇ ਨਾ ਡਾਇਮੈਂਸ਼ਨਲ ਫਾਰਮੂਲਾਸ ਕਿ ਤੁਸੀਂ ਉਹ ਪੁੱਟ ਕਰੋਗੇ, ਫਾਰਮੂਲਾ ਪੁੱਟ ਕਰੋਗੇ ਤੇ ਦੇਖੋਗੇ ਡਾਇਮੈਂਸ਼ਨਲ ਫਾਰਮੂਲਾ ਇਹ ਅੰਦਰ ਬਹੁਤ ਸੌਖੀ ਚੀਜ਼ ਹੈ। ਅੱਗੇ ਉਸ ਟ੍ਰਿਕ ਵੀ ਦੱਸਦਾ। ਵੇਵਲੈਂਥ ਕੀ ਹੁੰਦੀ ਹੈ, ਜਦੋਂ ਆਪਾਂ ਸਾਊਂਡ ਚੈਪਟਰ ਦੇ ਅੰਦਰ ਵੇਵਸ ਨਹੀਂ ਪੜ੍ਹਦੇ ਉਹਦੇ ਵਿਚਕਾਰ ਜਿਹੜਾ ਡਿਸਟੈਂਸ ਹੁੰਦਾ ਹੈ ਉਹਨੂੰ ਆਪਾਂ ਬੋਲਦੇ ਹਾਂ ਵੇਵਲੈਂਥ। ਡਿਸਟੈਂਸ ਕੀ ਹੁੰਦਾਗਾ ਲੈਂਥ, ਤੇ ਇਹਨੂੰ ਕੀ ਲਿਖ ਸਕਦੇ ਆਪਾਂ L1। ਤੇ ਰੇਟ ਆਫ ਫਲੋ ਹੁੰਦਾ ਵੋਲਿਊਮ अपॉन टाइम। वॉल्यूम की ਹੁੰਦੀ ਹੈ लेंथ इनटू ब्रेथ इनटू हाइट, तीनों की है लेंथ एक तरह तो ਇਹ ਕੀ ਆ ਜੂਗੀ L3 t - 1। t - 1 समझ आया ना, नीचे टाइम से ऊपर लेके गए तो पावर की हो जाती है माइनस। कोफिशिएंट ऑफ विस्कोसिटी ਹੁੰਦੀ है m1 l - 1 ਤੇ t - 1। ਹੁਣ ਤੁਸੀਂ ਕਹੋਗੇ ਸੋਨੂੰ ਕਿਵੇਂ ਯਾਦ ਹੈ, मैं ਤੁਹਾਨੂੰ ट्रिक ਦੱਸਦਾ। फोर्स ਦਾ डायमेंशनल फार्मूला ਸਾਰੇ ਜਣੇ ਯਾਦ ਕਰ ਲਓ m1 l1 t - 2 m1 l1 t - 2। ਹੁਣ ਦੇਖੋ फोर्स ਦੇ m1 ਵੀ l1 ਵੀ ਸੇਮ ਸੀ, ਫਰਕ ਕਿੱਥੇ ਹੈ t1 ਚ। ਉੱਥੇ ਕੀ ਸੀਗੀ -2, ਇੱਥੇ ਕੀ ਹੈ -1। ਉਹਦੇ ਤੋਂ ਆਪਾਂ 1 - 1 ਇੱਧਰ ਲੈ ਬਸ, ਹੋਰ ਕੁਝ ਨਹੀਂ ਕੀਤਾ ਤਾਂ ਇਹਦਾ ਕੀ ਬਣ ਜੂ m1 l - 1 ਤੇ t - 1। रेडियस सर्कल देखे ना, सर्कल ਦੇ ਵਿੱਚ ਜਿਹੜੀ ਰੇਡੀਅਸ ਹੁੰਦੀ ਹੈ, ਰੇਡੀਅਸ ਵੀ ਇੱਕ ਤਰ੍ਹਾਂ ਤੋਂ ਕੀ ਹੈ ਲੈਂਥ ਹੈ, ਤਾਂ ਇਹ ਕੀ ਆ ਜਾਊਗਾ L1। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਆਏਗਾ ਆਪਣੇ ਕੋਲ ਮੂਵਮੈਂਟ ਆਫ ਇਨਰਸ਼ੀਆ। ਮੂਵਮੈਂਟ ਆਫ ਇਨਰਸ਼ੀਆ ਦਾ ਫਾਰਮੂਲਾ ਜਮਾ ਫੋਰਸ ਦਾ ਲਿਖ ਦੋ m1, ਉੱਥੇ ਕੀ ਸੀ L ਦੇ ਉੱਤੇ 1 ਸੀ, ਇੱਥੇ ਬਸ ਤੁਸੀਂ ਕੀ ਪਾ ਦੇਣਾ L ਦੇ ਉੱਤੇ 2। ਠੀਕ ਹੈ ਜੀ। ਸਟ੍ਰੇਨ ਇੱਕ ਡਾਇਮੈਂਸ਼ਨਲੈਸ ਕੁਆਂਟੀਟੀ ਹੈ, ਤਾਂ ਇਹਦੇ ਡਾਇਮੈਂਸ਼ਨਸ ਕੀ ਹੋ ਜਾਣਗੇ m0 L0 ਤੇ T0। ਐਂਗਲਸ ਸਟ੍ਰੇਨ ਠੀਕ ਹੈ। ਫਿਰ ਉਹ ਵਾਲਾ ਮਿਊ ਜਿਹੜਾ ਤੁਸੀਂ ਆਪਣਾ ਉਹ ਪੜ੍ਹਦੇ ਹੁੰਦੇ, ਜਿਹੜਾ ਆਪਾਂ ਕੀ ਨਾਮ ਹੈ ਉਸ ਦਾ, ਉਹਦੇ ਵਿੱਚ ਰਿਫਰੈਕਟਿਵ ਇੰਡੈਕਸ ਵਾਲਾ, ਇਹ ਸਾਰੇ ਕੀ ਡਾਇਮੈਂਸ਼ਨਲੈਸ ਕੁਆਂਟੀਟੀਜ਼ ਹੁੰਦੀਆਂ। ਪ੍ਰੈਸ਼ਰ ਗ੍ਰੇਡੀਐਂਟ ਤੁਸੀਂ ਆ ਪ੍ਰੈਸ਼ਰ ਗ੍ਰੇਡੀਐਂਟ, ਟਾਰਕ, ਐਂਗੂਲਰ ਵੈਲੋਸਿਟੀ, ਐਂਗੂਲਰ ਐਕਸਲਰੇਸ਼ਨ, ਮੂਵਮੈਂਟ ਆਫ ਇਨਰਸ਼ੀਆ, ਰੇਟ ਆਫ ਫਲੋ, ਕੋਐਫੀਸ਼ੀਐਂਟ ਆਫ ਵਿਸਕੋਸਿਟੀ, ਇਹ ਸਾਰੇ ਅੱਗੇ ਫਿਜ਼ਿਕਸ ਦੇ ਚੈਪਟਰਸ ਚ ਆਉਣਗੇ। ਤਾਂ ਮੈਂ ਹੁਣ ਐਕਸਪਲੇਨ ਕਰਨ ਬੈਠੂੰਗਾ ਨਾ ਤਾਂ ਇੱਕ ਅਲੱਗ ਹੀ ਟੌਪਿਕ ਚੱਲ ਜੂਗਾ, ਤਾਂ ਮੈਂ ਸਮਝਾ ਰਿਹਾ। ਜਿਵੇਂ ਪ੍ਰੈਸ਼ਰ ਗ੍ਰੇਡੀਐਂਟ ਹੈ, डायरेक्ट प्रेशर दे वो पा दो, की नाम है डायमेंशंस पा दो, जो कि देंगे m1 l-1 t-2 अपॉन लेंथ की ਹੁੰਦੀ ਹੈ l1। ਹੁਣ ਤੁਸੀਂ ਇਹਨੂੰ ਕੀ ਕਰਨਾ ਹੈ, ਦੋਨਾਂ ਦੇ ਬੇਸ ਸੇਮ ਹੈ, ਪਾਵਰਾਂ ਕੀ ਹੋ ਜਾਣਗੀਆਂ ਮਾਈਨਸ, ਤਾਂ ਤੁਹਾਡੇ ਕੋਲ ਆ ਜਾਊਗਾ m1 l-2 t-2। ਠੀਕ ਹੈ ਜੀ। ਟਾਰਕ ਹੁੰਦਾ ਹੈ ਫੋਰਸ ਇਨਟੂ ਪਰਪੈਂਡੀਕੂਲਰ डिस्टेंस। परपेंडिकुलर डिस्टेंस ਨੂੰ ਆਪਾਂ L1 ਲਿਖ ਸਕਦੇ ਹਾਂ, ਮਲਟੀਪਲਾਈ ਜੇ ਪਾਵਰਾਂ ਦੇ ਬੇਸ ਸੇਮ ਹੈ, ਪਾਵਰਾਂ ਕੀ ਹੋ ਜਾਣਗੀਆਂ ਐਡ। ਠੀਕ ਹੈ ਜੀ। ਐਂਗੂਲਰ ਵੈਲੋਸਿਟੀ ਹੁੰਦੀ ਹੈਗੀ t-1, एंगुलर एक्सेलरेशन ਹੁੰਦੀ ਹੈ t-2। ठीक है जी। ये कुछ और सीगे डायमेंशनल फार्मूलास। हुण मैं ਤੁਹਾਨੂੰ कुछ डायमेंशनल फार्मूलास इस वीडियो ਵਿੱਚ ਹੀ याद करवा देना, ਜਿਹਦੇ ਨਾਲ ਤੁਹਾਨੂੰ बहुत सौखा हो जाऊगा। हुण मैं ਤੁਹਾਨੂੰ कुछ इंपॉर्टेंट डायमेंशनल फार्मूले करवाना,
ਜਿਹੜੇ ਤੁਹਾਨੂੰ ਇਸੇ ਵੀਡੀਓ 'ਚ ਯਾਦ ਹੋ ਜਾਣਗੇ ਤਾਂ ਕਿ ਤੁਹਾਨੂੰ ਔਖਾ ਨਾ ਹੋਵੇ। ਸਭ ਤੋਂ ਪਹਿਲਾਂ ਮੋਸਟ ਇੰਪੋਰਟੈਂਟ ਡਾਇਮੈਂਸ਼ਨ ਫਾਰਮੂਲਾ ਹੁੰਦਾ ਹੈ ਫੋਰਸ ਦਾ। ਫੋਰਸ ਕਾਹਦੇ ਬਰਾਬਰ ਹੁੰਦਾ ਹੈ? ਮਾਸ ਇਨਟੂ ਐਕਸਲਰੇਸ਼ਨ। ਮਾਸ ਹੁੰਦਾ ਹੈ m1, ਐਕਸਲਰੇਸ਼ਨ ਹੁੰਦੀ ਹੈ l1t-2। ਤਾਂ ਫੋਰਸ ਦਾ ਫਾਈਨਲ ਡਾਇਮੈਂਸ਼ਨ ਫਾਰਮੂਲਾ ਕੀ ਆ ਜਾਊਗਾ? m1 l1t-2। ਇਹਨੂੰ ਤਾਂ ਬਈ ਯਾਦ ਹੀ ਕਰ ਲਓ, ਮੂੰਹ ਜ਼ਬਾਨੀ ਯਾਦ ਕਰ ਲਓ, ਰੱਟ ਲਓ, ਕੁਛ ਮਰਜ਼ੀ ਕਰ ਲਓ, ਪਰ ਫੋਰਸ ਦਾ ਡਾਇਮੈਂਸ਼ਨ ਫਾਰਮੂਲਾ ਨਹੀਂ ਤੁਸੀਂ ਭੁੱਲਣਾ, ਇਹ ਬਹੁਤ ਜਗ੍ਹਾ ਕੰਮ ਆਊਗਾ। ਫੋਰਸ ਕਾਹਦੇ ਬਰਾਬਰ ਹੁੰਦਾ ਹੈ? m1 l1t-2। 5 ਵਾਰ ਬੋਲਾਂਗੇ m1 l1t-2, m1 l1t-2, m1 l1t-2, m1 l1t-2, m1 l1t-2। ਜੇ ਤੁਸੀਂ ਸਾਰਿਆਂ ਨੇ ਮੇਰੇ ਨਾਲ 5 ਵਾਰ ਬੋਲਿਆ ਤਾਂ ਤੁਹਾਡੇ ਪੱਕਾ ਇਹ ਯਾਦ ਹੋ ਗਿਆ ਹੋਊਗਾ। ਫਿਰ ਗੱਲ ਆਉਂਦੀ ਹੈ ਵਰਕ ਦੀ। ਵਰਕ ਤੇ એનર્ਜੀ ਇਹ ਦੋਨੋਂ ਕੀ ਹੈ? ਸੇਮ ਹੈ। ਇਹਨਾਂ ਦੋਨਾਂ ਦਾ ਡਾਇਮੈਂਸ਼ਨ ਫਾਰਮੂਲਾ ਕੀ ਹੈ? ਸੇਮ ਹੈ। ਤੇ ਜੇ ਆਪਾਂ ਗੱਲ ਕਰੀਏ ਵਰਕ ਹੁੰਦਾ ਹੈ ਫੋਰਸ ਇਨਟੂ ਡਿਸਪਲੇਸਮੈਂਟ। ਫੋਰਸ ਇਨਟੂ ਡਿਸਪਲੇਸਮੈਂਟ ਦੋਨਾਂ ਦਾ ਕੀ ਹੈ? ਬੇਸ ਸੇਮ ਹੈ, ਪਾਵਰਾਂ ਕੀ ਹੋ ਜਾਣਗੀਆਂ? ਐਡ। ਤਾਂ ਕੀ ਆ ਜਾਊਗਾ ਇਹਨਾਂ ਦੋਨਾਂ ਦਾ ਡਾਇਮੈਂਸ਼ਨ ਫਾਰਮੂਲਾ? m1 l2t-2। ਕੀ ਆ ਜਾਊਗਾ? m1 l2t-2। ਤਾਂ ਇਹ ਕਿਹਦਾ ਡਾਇਮੈਂਸ਼ਨ ਫਾਰਮੂਲਾ ਹੈ? ਵਰਕ ਤੇ એનર્ਜੀ ਦਾ। ਸਿੱਧੀ ਜੀ ਗੱਲ ਹੈ, ਜਿਹੜਾ ਫੋਰਸ ਹੈ ਉਹ ਇੱਕ ਪਿੱਛੇ ਰਹਿੰਦਾ ਹੈ ਵਰਕ ਤੇ એનર્ਜੀ ਤੋਂ। ਜਿਹੜਾ ਫੋਰਸ ਹੈ ਉਹ ਇੱਕ ਪਿੱਛੇ ਰਹਿੰਦਾ ਵਰਕ ਤੇ એનર્ਜੀ ਤੋਂ। ਤੁਸੀਂ ਆਪ ਦੇਖੋ ਸਾਰਾ ਡਾਇਮੈਂਸ਼ਨ ਫਾਰਮੂਲਾ ਸੇਮ ਹੈ, ਬਸ ਇੱਕ ਇੱਥੇ l ਦੇ ਉੱਤੇ 2 ਆ ਗਿਆ, ਇੱਥੇ l ਉੱਤੇ 1 ਹੈ। ਤਾਂ ਜਿਹੜਾ ਫੋਰਸ ਹੈ ਉਹ ਵਰਕ ਤੇ એનર્ਜੀ ਤੋਂ ਇੱਕ ਪਿੱਛੇ ਰਹਿੰਦਾ ਹੈ। ਹੁਣ ਫਿਰ ਆਏਗਾ ਆਪਣੇ ਕੋਲ ਸਟ੍ਰੈਸ ਤੇ ਉਹਦਾ ਕੀ ਨਾਮ ਹੈ? ਯੰਗਸ ਮੋਡੂਲਸ ਆਫ ਇਲਾਸਟਿਸਿਟੀ ਦਾ। ਇਹਨਾਂ ਦੋਨਾਂ ਦਾ ਡਾਇਮੈਂਸ਼ਨ ਫਾਰਮੂਲਾ ਕੀ ਹੁੰਦਾ ਹੈ? ਇਹ ਫੋਰਸ ਤੋਂ ਇੱਕ ਪਿੱਛੇ ਹੈ। ਫੋਰਸ ਮੰਨ ਲਓ ਇੱਥੇ ਹੈ ਤੇ ਯੰਗਸ ਮੋਡੂਲਸ ਆਫ ਇਲਾਸਟਿਸਿਟੀ ਤੇ ਇੱਕ ਵਾਲਾ ਕੀ ਨਾਮ ਹੈ? ਸਟ੍ਰੈਸ ਇੱਥੇ ਹੈ। ਤੇ ਇਹਨਾਂ ਤੋਂ ਅੱਗੇ ਤੀਜੇ ਨੰਬਰ ਤੇ ਕੌਣ ਹੈ? ਆਹ ਕੀ ਨਾਮ ਹੈ? ਵਰਕ ਤੇ એનર્ਜੀ। ਇਹਦਾ ਫਾਰਮੂਲਾ ਕੀ ਹੋਊਗਾ? ਸੇਮ। ਪਹਿਲਾਂ ਤਾਂ ਤੁਸੀਂ ਫੋਰਸ ਦਾ ਹੀ ਲਿਖ ਦਿਓ, ਕਿਉਂਕਿ ਇਹ ਕੀ ਹੈ? ਇੱਕ ਪਿੱਛੇ ਹੈ ਫੋਰਸ ਤੋਂ। ਇਹ ਕੀ ਇੱਕ ਫੋਰਸ ਤੋਂ ਪਿੱਛੇ ਹੈ। ਫੋਰਸ ਤੋਂ ਪਿੱਛੇ ਹੋਣ ਦਾ ਮਤਲਬ ਕੀ ਹੈ? l ਉੱਤੇ ਕੀ ਆ ਜਾਊਗਾ? -1। ਕੀ ਆ ਜਾਊਗਾ? -1। ਆ ਗੱਲ ਸਮਝ ਆ ਗਈ ਕਿ ਮੇਰਾ ਕਹਿਣ ਦਾ ਭਾਵ ਆਇਆ ਹੈ ਜੇ ਫੋਰਸ ਪਹਿਲੇ ਦੂਜੇ ਨੰਬਰ ਤੇ ਹੈ ਤਾਂ ਉਹਦੋਂ ਪਿੱਛੇ ਕੌਣ ਹੈਗਾ? ਆਪਣਾ ਸਟ੍ਰੈਸ ਤੇ ਯੰਗਸ ਮੋਡੂਲਸ ਆਫ ਇਲਾਸਟਿਸਿਟੀ। ਪਿੱਛੇ ਹੋਣ ਦਾ ਮਤਲਬ ਆਪਾਂ l ਦੇ ਉੱਤੇ ਇੱਕ ਮਾਈਨਸ ਲਾਤੀ। ਮੂਰੇ ਹੋਣ ਦਾ ਮਤਲਬ ਇੱਥੇ l ਦੇ ਵਿੱਚ ਪਲੱਸ ਤਾਂ ਲਗਾਉਣ ਦਾ ਮਤਲਬ ਹੀ ਨਹੀਂ, ਕਿਉਂਕਿ ਪਹਿਲੇ ਹੀ ਫੋਰਸ ਉੱਤੇ ਇੱਕ +1 ਹੁੰਦਾ ਹੈਗਾ। ਫੋਰਸ ਤੋਂ ਮੂਰੇ ਹੋਣ ਦਾ ਮਤਲਬ ਉਹ 'ਚ ਇੱਕ ਜੋੜ ਦੋ ਜੋ ਕਿ ਆ ਜਾਊਗਾ m1 l2t-2। ਅੱਜ 5 ਡਾਇਮੈਂਸ਼ਨ ਫਾਰਮੂਲੇ ਤੁਹਾਡੇ ਯਾਦ ਹੋ ਗਏ। ਹੁਣ ਆਪਾਂ ਗੱਲ ਕਰਦੇ ਹਾਂ ਪਲੈਂਕਸ ਕਾਂਸਟੈਂਟ ਦੀ। ਪਲੈਂਕਸ ਕਾਂਸਟੈਂਟ ਇਸ ਦੇ ਵਿੱਚ ਜੇ ਤੁਹਾਨੂੰ ਫੋਰਸ ਦਾ ਯਾਦ ਹੈ ਤਾਂ ਪਲੈਂਕਸ ਕਾਂਸਟੈਂਟ ਦਾ ਵੀ ਉਹੀ ਕਰ ਲਓਗੇ। ਸਭ ਤੋਂ ਪਹਿਲਾਂ ਤਾਂ ਲਿਖ ਦਿਓ ਫੋਰਸ। ਫੋਰਸ ਕਾਹਦੇ ਬਰਾਬਰ ਹੁੰਦਾ ਹੈ? m1 l1t-2। m1 ਮੈਂ ਭਰਤਾ, t-2 ਹੈ ਨਾ, ਉਹਨੂੰ ਇੱਧਰ ਲੈ ਆਓ ਤਾਂ ਉਹ ਕੀ ਹੋ ਜਾਊਗਾ? l2। ਤੇ ਇਹ ਵਾਲਾ 1 ਇੱਧਰ ਲੈ ਆਓ ਤਾਂ ਆ ਸਾਈਨ ਤਾਂ ਉਹੀ ਰਹਿਣਗੇ। ਜੇ ਇੱਥੇ ਲੈਂਥ ਉੱਤੇ ਪਲੱਸ ਸੀ ਫੋਰਸ ਦਾ, ਪਲੈਂਕਸ ਕਾਂਸਟੈਂਟ ਤੇ ਵੀ ਲੈਂਥ ਉੱਤੇ ਪਲੱਸ ਹੀ ਰਹੂਗਾ। ਪਰ ਜੇ ਆਪਾਂ ਗੱਲ ਕਰੀਏ ਆਹ ਡਾਇਮੈਂਸ਼ਨਸ ਦੀ, ਯਾਨੀ ਕਿ ਪਾਵਰਾਂ ਦੀ, ਜੇ ਉਹਦੀ 2 ਸੀ ਤਾਂ ਇਹਦੀ l ਦੀ ਇੱਧਰ 2 ਆ ਜਾਊਗਾ ਤੇ ਇੱਧਰ 1 ਆ ਜਾਊਗਾ, ਸਾਈਨ ਉਹੀ ਰਹਿਣਗੇ। ਤਾਂ ਤੁਹਾਨੂੰ ਆਈ ਹੋਪ ਪਲੈਂਕਸ ਕਾਂਸਟੈਂਟ ਦਾ ਵੀ ਡਾਇਮੈਂਸ਼ਨ ਫਾਰਮੂਲਾ ਯਾਦ ਹੋ ਗਿਆ ਹੋਊਗਾ। ਕਿਵੇਂ? ਪਹਿਲਾਂ ਤਾਂ ਫੋਰਸ ਦਾ ਯਾਦ ਸੀ। ਫੋਰਸ ਦਾ ਯਾਦ ਸੀ ਤਾਂ ਆਪਾਂ t ਦੀ ਪਾਵਰ l ਨੂੰ ਦੇਤੀ ਤੇ l ਦੀ ਪਾਵਰ t ਨੂੰ ਦੇਤੀ, ਤਾਂ ਇਹ ਕੀ ਹੋ ਗਿਆ? ਪਲੈਂਕਸ ਕਾਂਸਟੈਂਟ ਹੋ ਗਿਆ। ਠੀਕ ਹੈ ਜੀ, ਬੋਰਡ ਵਿਜ਼ੀਬਲ ਹੈ ਸਭ ਨੂੰ? ਹਾਂਜੀ, ਬੋਰਡ ਵਿਜ਼ੀਬਲ है ना जी। यार गल समझ आ गई? देखो कितना सौखा करता मैं डायमेंशन फार्मूला ਨੂੰ। ਹੁਣ ਗ੍ਰੈਵਿਟੇਸ਼ਨਲ ਕਾਂਸਟੈਂਟ ਯਾਨੀ ਕਿ ਵੱਡੀ ਜੀ, ਵੈਸੇ ਤਾਂ ਇਹਦਾ ਕੱਢਦੇ ਹੁੰਦੇ ਆ ਪਰ ਆਪਾਂ ਕੀ ਆ ਥੋੜੇ ਜਿਹੇ ਉਹ ਆ ਕੀ ਨਾਮ ਹੈ ਅੱਗੇ ਆ, ਤਾਂ ਆਪਾਂ ਕੀ ਕਰਾਂਗੇ? ਆਪਾਂ ਨੂੰ ਫੋਰਸ ਦਾ ਯਾਦ ਸੀ m1 l1t-2। ਉਸ ਤੋਂ ਬਾਅਦ ਆਪਾਂ ਫੋਰਸ ਤੋਂ ਇੱਕ ਅੱਗੇ ਆ ਗਏ ਸੀ ਤਾਂ ਕੀ ਆ ਗਿਆ ਸੀ? ਵਰਕ એનર્ਜੀ। ਹੁਣ ਵਰਕ એનર્ਜੀ ਤੋਂ ਅੱਗੇ ਕੀ ਆ ਜਾਊਗਾ? ਆਫ ਕੋਰਸ ਕੀ ਆ ਜਾਊ ਆਪਣੇ ਕੋਲ? ਗ੍ਰੈਵਿਟੇਸ਼ਨਲ ਕਾਂਸਟੈਂਟ। ਤਾਂ ਸਭ ਤੋਂ ਪਹਿਲਾਂ ਤਾਂ m1 l क्योंकि ਆਪਾਂ ਫੋਰਸ ਤੋਂ ਇੱਕ ਅੱਗੇ ਆਏ ਸੀ ਤਾਂ ਆਪਣੇ ਕੋਲ l2 ਬਣ ਗਿਆ ਸੀ એનર્ਜੀ ਤੇ ਉਹ ਵਰਕ। ਉਦੋਂ ਇੱਕ ਹੋਰ ਅੱਗੇ ਆ ਗਏ l ਕੀ ਹੋ ਜਾਊਗਾ? 3 ਹੋ ਜਾਊਗਾ। t ਉਹ ਵੀ ਲਿਖ ਦੋ -2। ਇੱਕ ਬਦਲਾਵ ਹੈ ਇਹਦੇ 'ਚ, ਜਿਹੜਾ ਗ੍ਰੈਵਿਟੇਸ਼ਨਲ ਕਾਂਸਟੈਂਟ ਹੈ ਉਹਦੇ ਵਿੱਚ ਜਿਹੜਾ ਮਾਸ ਹੈ ਉਹਦੇ ਉੱਤੇ -1 ਆ ਜਾਂਦਾ ਹੈ। ਉਹਦੇ ਉੱਤੇ ਜਿਹੜਾ ਮਾਸ ਦੇ ਉੱਤੇ -1 ਆ ਜਾਂਦਾ। ਬਸ ਤੁਸੀਂ ਇੱਕ ਆ ਚੀਜ਼ ਦਾ ਯਾਦ ਰੱਖਣਾ ਹੈ। ਹੁਣ ਜੇ ਆਪਾਂ ਫਿਰ ਤੋਂ ਕੰਕਲੂਡ ਕਰੀਏ, ਸਭ ਤੋਂ ਪਹਿਲਾਂ ਪੜਿਆ ਫੋਰਸ। ਫੋਰਸ ਹੁੰਦਾ m1 l1t-2।
उन तो पहला की आ जाता सी अपने कोल, उन तो पहला अपने कोल आ जाता सीगा आ वाला स्ट्रेस ते यंग्स मॉडुलस ऑफ इलास्टिसिटी। जे आप कहने का भाव देखिए, जे फोर्स विचाले है तो उन तो पहला आता यंग्स मॉडुलस ऑफ इलास्टिसिटी ते स्ट्रेस, फोर्स तो बाद आ जाता है एनर्जी वर्क, उस तो बाद आ जाता अपने को ग्रेविटेशनल कांस्टेंट। फर्क कितना है कि बस m दे उत्ते -1 रहती है। ठीक है जी। फिर प्लैंक्स कांस्टेंट, प्लैंक्स कांस्टेंट याद करने से आपा की कीता सीधा फोर्स दा डायमेंशंस लिखते m1 l ते t, l ते t उदे उत्ते मैं पावरां लिखियां। फिर फोर्स दी जेडी पावरां सी आपा इंटरचेंज करते हैं, क्योंकि t उत्ते 2 सी तां इधर l उत्ते 2 आ गया ते अपना ओदे उत्ते की नाम सीगा टाइम उत्ते, l उत्ते 1 सी तां टाइम उत्ते 1 आ गया। ठीक है जी। आ ਤੁਹਾਨੂੰ याद होए सारे। सब तो पहला हुण ਆਪਾਂ याद करांगे ਉਹਨਾਂ ਦਾ बहुत सौखे सौखे फार्मूले कराऊंगा। प्रेशर, प्रेशर की हुंदा है, प्रेशर हुंदा है फोर्स अपॉन एरिया। याद कर लो फार्मूले, बहुत चंगे रहोगे। प्रेशर की हुंदा है फोर्स अपॉन एरिया, यानी कि फोर्स की हुंदा है m1 l1 t-2 अपॉन एरिया। बेस सेम, बेस के दोनों का सेम है, पावर की होंगी ऊपर वाली पावर चो नीचे वाली पावर सबट्रैक्ट तक ही आ जाएगा m1 l-1 t-2। ठीक है जी। कि ये किसी का डायमेंशन फार्मूला हुंदा है, ये प्रेशर दा, प्रेशर दा थोड़े शब्द याद हो गया डायमेंशन फार्मूला। फिर सौखे सौखे जे फ्रीक्वेंसी, मैं कहूँ फ्रीक्वेंसी दसो भाई फ्रीक्वेंसी की हुंदी है, तुसी कहोगे जी वो तो 1 टाइम हुंदा है, 1 टाइम। तो अपन की लिख सकते हैं t-1। फ्रीक्वेंसी भी याद करवाती ना। वेवलेंथ, वेवलेंथ, वेवलेंथ रेडियस दोनों की सेम है। वेवलेंथ जिन्हों पर लैम्डा नाल लिख दिया तो रेडियस, ये दोनों भी की है सेम है। क्यों? इनका डायमेंशन फार्मूला की होता है L1। ठीक है जी। आ भी याद हो गया सब दे। डेंसिटी, डेंसिटी तो पहला अपन कटना पैना है कि वॉल्यूम, वॉल्यूम कादे बराबर हुंदी है? वॉल्यूम की हुंदी किसी भी चीज दी, मान लो इंदी ही अपन कोई भी आ बोर्ड मान लो, इंदे च कितना मटेरियल पा सकदा, तो सब तो पहले तो अपन कटांगे लेंथ, लेंथ ब्रेथ ते हाइट। आ तो होगी सोडी हाइट। ठीक है जी। आ सोडी ब्रेथ होगी ते जेड़ा कि परपेंडिकुलर बनदा हुंदा ओनु ਆਪਾਂ हाइट बोल दिंदे हैं। ते आ सोडी लेंथ ते आ सोडी ब्रेथ ते आ ऊपर वाला हाइट। ठीक है जी। तो वॉल्यूम कादे बराबर आ रही है? लेंथ इनटू ब्रेथ इनटू हाइट दे। तीनों की है लेंथ ही है, ब्रेथ भी ਆਪਾਂ मेजर काच करते हैं मीटर्स च, हाइट भी मेजर होती है मीटर्स च, लेंथ भी मेजर होती है मीटर्स च, तीनों ही की है लेंथ है। तो आप कह सकते हैं वॉल्यूम का डायमेंशन फार्मूला कितना होता है L3। ठीक है जी। दिख रहा है सब सबनों? समझ आ गई सबनों? वॉल्यूम का होता है L3। हुन मैं तो समझ गया सी डेंसिटी दसो। डेंसिटी बराबर होती है मास अपॉन वॉल्यूम दे। हुन तो सोनू वॉल्यूम का याद आ गया कि L3 होता है, मास अपन पता ही है क्यों की होगा m1 अपॉन L3। इनु सॉल्व करोगे तो थोड़े को आ जाएगा m1 l-3, क्योंकि पावर की है अपन डिवाइड तो ऊपर है तो पावर की हो जाती सी माइनस। ਹੁਣ ਜੇ ਆਪਾਂ ਕੰਕਲੂਜਨ ਕੱਢੀਏ ਤਾਂ ਆਪਾਂ ਬਹੁਤ ਸਾਰੇ ਡਾਇਮੈਂਸ਼ਨ ਫਾਰਮੂਲਾਜ਼ ਯਾਦ ਕਰ ਲਏ। ਜਿਵੇਂ ਮੋਮੈਂਟਮ ਹੈ, ਮੋਮੈਂਟਮ ਹੁੰਦਾ ਹੈ ਮਾਸ ਇਨਟੂ ਵੈਲੋਸਿਟੀ, ਵੈਲੋਸਿਟੀ ਦਾ ਹੁੰਦਾ ਹੈਗਾ L1 t-1, ਮੋਮੈਂਟਮ ਕੀ ਹੋ ਜਾਊਗਾ m1। ਆ ਲਓ ਜੀ, ਆ ਮੋਮੈਂਟਮ ਦਾ ਹੋ ਜਾਊਗਾ। ਠੀਕ ਹੈ ਜੀ। ਕੀ ਇਹੋ ਜਿਹਾ ਕੋਈ ਡਾਇਮੈਂਸ਼ਨ ਫਾਰਮੂਲਾ ਹੋਰ ਵੀ ਹੈਗੇ ਮੋਮੈਂਟਮ ਵਰਗਾ? ਤੁਸੀਂ ਕਹੋਗੇ ਨਹੀਂ ਜੀ, ਪਰ ਇੱਕ ਅੱਧਾ ਹੋਰ ਪੜਿਆ ਸੀ ਆਪਾਂ, ਹੁਣ ਮੇਰੇ ਧਿਆਨ 'ਚ ਨਹੀਂ, ਪਰ ਆ ਤਾਂ ਹੀ ਤੁਹਾਡੇ ਯਾਦ ਕਰਵਾਤਾ ਮੋਮੈਂਟਮ ਦਾ ਵੀ। ਫਿਰ ਇੰਪਲਸ, इंपल्स होंदी है फोर्स इनटू टाइम। थोड़े सबस एक ओ है होमवर्क है, मेनू सारे जने दसणगे इंपल्स दा फार्मूला की हुंदा है। मैं ਤੁਹਾਨੂੰ फार्मूला दस देना। इंपल्स ਦਾ ਹੁੰਦਾ है फोर्स इनटू टाइम। डायमेंशंस ਤੁਸੀਂ ਆਪ ਬਣਾ ਕੇ ਕਮੈਂਟ ਵਿੱਚ ਦੱਸਣੀ ਹੈ। ਠੀਕ ਹੈ ਜੀ। ਹੁਣ ਆਪਾਂ ਫਿਰ ਤੋਂ ਇੱਕ ਵਾਰ ਆਉਂਦੇ ਹਾਂ। सब तो पहले तो आप याद किया फोर्स का डायमेंशन फार्मूला जो कि होंदा है m1 l1 t। एक होर दस देना यार सुनो, एंगुलर वेलोसिटी ते एंगुलर एक्सेलरेशन का भी याद करवा रहा है। एंगुलर वेलोसिटी, एंगुलर वेलोसिटी वास्ते सब तो पहले सुनो सिंपल वेलोसिटी का फार्मूला पता होना चाहिए। वो की होगा l1 t-1। तो जेड़ा सिंपल वेलोसिटी का t-1 है यही एंगुलर वेलोसिटी का होगा, तो ओदा की आ जाऊगा t-1। फिर जे तुसी एंगुलर एक्सेलरेशन फाइंड करनी है, सब तो पहले एक्सेलरेशन का याद होना चाहिए। एक्सेलरेशन का होता है L1 t-2। आ जरा t-2 है यही एंगुलर एक्सेलरेशन का आ जाऊगा। ठीक है जी। याद हो गए काफी डायमेंशनल फार्मूलाज। चलो जी
ਹੁਣ मैं सब तो पहले ਤੁਹਾਨੂੰ याद करवाया सी फोर्स का डायमेंशन फार्मूला बोलो 3 बार फिर बोलांगे m1 l1 t - 2 m1 l1 t - 2 m1 l1 t - 2 फिर ਆਪਾਂ ਦੇਖਿਆ ਜਿਹੜਾ ਫੋਰਸ ਹੈ ਉਹਨ ਤੋਂ ਪਹਿਲਾਂ ਉਹਦੇ ਪਿੱਛੇ ਆ ਜਾਂਦਾ ਆਪਣੇ ਕੋਲ ਯੰਗਸ ਮੋਡੂਲਸ ਆਫ ਇਲਾਸਟੀਸਿਟੀ ਦੇ ਨਾਲ ਸਟ੍ਰੈਸ ਠੀਕ ਹੈ ਜੀ ਯੰਗਸ ਮੋਡੂਲਸ ਆਫ ਇਲਾਸਟੀਸਿਟੀ ਦੇ ਨਾਲ ਸਟ੍ਰੈਸ ਆ ਜਾਂਦਾ ਹੈ फोर्स तो मूरे कौन आ जाता है एनर्जी ते वर्क ऑन तो मूरे भी की आ जाता है वड्डी जी च बस एक कमी सी की होगी m की सी होगी -c ठीक है जी फिर आप गल कीती डेंसिटी दी प्लैंक्स कांस्टेंट वास्ते की कीता m1 सब तो पहले फोर्स वाली लिखते mlt m दे उत्ते की लगाता 1 पर फोर्स दे विच t दे उत्ते की सी -2 ਤੇ ਮਾਈਨਸ ਸਾਈਨ t ਉੱਤੇ ਹੀ ਰਹੂਗਾ ਜਿਹੜਾ 2 ਹੈ ਉਹ ਆਪਾਂ l ਤੇ ਲਾਤਾ l ਦਾ ਇੱਕ ਚੱਕ ਕੇ o ਤੇ ਲਗਾਤਾ t ਉੱਤੇ ਲਗਾਤਾ ਤਾਂ ਆਪਣੇ ਕੋਲ ਫਾਈਨਲ ਫਾਰਮੂਲਾ ਕੀ ਆ ਗਿਆ m1 l2t 1 ਠੀਕ ਹੈ ਜੀ ਫਿਰ ਆਪਾਂ ਕਰਨਾ ਸੀ ਡੈਂਸਿਟੀ ਮੈਨੂੰ ਯਾਦ ਆ ਕਿ ਉਹ ਹੁੰਦੀ ਮਾਸ ਅਪਨ ਵੋਲਿਊਮ ਪਰ ਵੋਲਿਊਮ ਹੀ ਨਹੀਂ ਪਤਾ ਕੀ ਹੁੰਦੀ ਹੈ ਵੋਲਿਊਮ ਕੀ ਹੁੰਦੀ ਹੈ ਲੈਂਥ ਇਨਟੂ ਬ੍ਰੈਡਥ ਇਨਟੂ ਹਾਈਟ ਤਿੰਨੋਂ ਕਾਚ ਮੈਜ਼ਰ ਹੋ ਰਹੇ ਨੇ ਮੀਟਰਸ ਚ ਤਾਂ ਤਿੰਨੋਂ ਕੀ ਹੋਣਗੇ ਲੈਂਥ ਹੋਣਗੇ ਤਾਂ ਫਾਈਨਲ ਆਨਸਰ ਬੋਲੋ ਬਈ l³ ਯਾਨੀ ਕਿ l ਦੀ ਪਾਵਰ 3 ठीक है जी फिर आप करना सी डेंसिटी होती है मास अपॉन वॉल्यूम या फिर बोल सकते हो मास पर वॉल्यूम तो ऊपर क्या आ गया m1 नीचे क्या आ गया l3 तो हुन l3 इथे नीचे डिवाइड से ऊपर जाके की हो जाऊगा माइनस दा m1 l -3 का फार्मूला आ गया अपना डेंसिटी का ठीक है जी याद हो गया फिर आप गल की थी वेलोसिटी ते एक्सेलरेशन सी वैसे तो बहुत जल्दी करनी चाहिए थी तो वेलोसिटी की होती है डिस्प्लेसमेंट ओवर टाइम डिस्प्लेसमेंट लेंथ ही होती है डिस्प्लेसमेंट मेजर का हो रही है मीटर से तो ओदा की आ जाऊगा l1 नीचे की सी टाइम का मेजर होता है t नाल ਆਪਾਂ ਕਰਦੇ सेकंड्स ਵਿੱਚ ਤਾਂ ਉਹਦਾ ਕੀ ਆ ਜਾਊਗਾ वेलोसिटी ਦਾ l1 t - 1 ਫਿਰ ਆਪਾਂ एक्सेलरेशन ਹੁੰਦੀ ਹੈ ਚੇਂਜ ਇਨ वेलोसिटी अपॉन टाइम पहला तो वेलोसिटी का फार्मूला याद होना सी जो कि सीगा l1 t - 1 ठीक है जी ਉਹਨੂੰ ਡਿਵਾਈਡ ਕਰਤਾ ਆਪਾਂ ਇੱਕ ਹੋਰ ਟਾਈਮ ਨਾਲ ਪਾਵਰਾਂ ਕੀ ਹੋ ਜਾਂਦੀਆਂ ਸੀ ਐਡ ਜਿਹਦੇ ਕਰਕੇ एक्सेलरेशन ਆ ਜਾਂਦੀ l1 t - 2 ठीक है जी फिर ਤੁਹਾਡੇ ਕੋਲ ਆ ਗਈ ਐਂਗੂਲਰ ਐਕਸਲਰੇਸ਼ਨ ਤੇ ਐਂਗੂਲਰ ਵੈਲੋਸਿਟੀ ਵਾਸਤੇ ਜਿਹੜੀ ਤੁਸੀਂ ਸਿੰਪਲ ਵੈਲੋਸਿਟੀ ਦਾ ਡਾਈਮੈਂਸ਼ਨਸ ਕੱਢੇ ਸੀ ਉਹਦੇ ਜਿਹੜਾ t ਹੈ ਬਸ ਉਹ ਲਿਖ ਦਿਓ ਯਾਨੀ t - 1 ਇਹ ਮੈਨੂੰ ਕੋਈ ਦੱਸ ਸਕਦੇ t - 1 ਹੋਰ ਕਿਹਦੇ ਡਾਈਮੈਂਸ਼ਨਸ ਹੁੰਦੇ ਦੱਸਾਂ ਮੈਂ ਅਫਕੋ ਉਹਨੇ ਤਾਂ ਕਰਕੇ ਹਟੇ ਸੀ ਤੁਸੀਂ ਕੀ ਨਾਮ ਹੈ ਉਹਦਾ ਉਹ ਫ੍ਰੀਕੁਐਂਸੀ ਦੇ ਵੀ ਤਾਂ t - 1 ਨਹੀਂ ਹੁੰਦੇ ਜੀ ਫਿਰ ਐਂਗੂਲਰ ਐਕਸਲਰੇਸ਼ਨ ਵਾਸਤੇ ਵੀ ਸੇਮ ਕਨਸੈਪਟ ਜਿਹੜਾ l1 t - 2 ਆਪਾਂ ਕੱਢਿਆ ਸੀ ਉਹਦਾ t - 2 ਹੀ ਐਂਗੂਲਰ ਐਕਸਲਰੇਸ਼ਨ ਹੋਊਗਾ ठीक है जी फिर मैं ਤੁਹਾਨੂੰ ਕਾਫੀ ਸਾਰੇ ਇਸੇ ਵੀਡੀਓ 'ਚ ਯਾਦ ਕਰਵਾਤੇ ਜਿਵੇਂ ਕਿ ਵਰਕ ਤੇ એનર્ਜੀ ਦਾ ਇੱਕ ਸੇਮ ਹੁੰਦਾਗਾ ਪਲੈਂਕਸ ਕਾਂਸਟੈਂਟ ਦਾ ਮੈਂ ਤੁਹਾਨੂੰ ਦੱਸਤਾ ਕਿਵੇਂ ਯਾਦ ਕਰਨਾ ਹੈ ਫਿਰ ਤੁਹਾਡੇ ਕੋਲ ਸਟ੍ਰੈਸ ਤੇ ਯੰਗਸ ਮੋਡੂਲਸ ਦਾ ਸੇਮ ਆ ਜਾਂਦਾ ਹੈ ਕਾਫੀ ਐਂਗੂਲਰ ਵੈਲੋਸਿਟੀ ਤੇ ਆਪਣਾ ਉਹਦਾ ਕੀ ਨਾਮ ਹੈ ਫ੍ਰੀਕੁਐਂਸੀ ਦਾ ਆ ਜਾਂਦਾ ਹੈ ਹੁਣ ਤੁਸੀਂ ਸਭ ਨੇ ਕੀ ਕਰਨਾ ਹੈ ਇੰਪਲਸ ਹੁੰਦੀ ਹੈ ਫੋਰਸ ਇਨਟੂ ਟਾਈਮ ਤਾਂ ਤੁਸੀਂ ਇਹ ਸਭ ਨੇ ਕਮੈਂਟ ਕਰਕੇ ਮੈਨੂੰ ਦੱਸਣਾ ਹੈ ਕਿ ਇਹਦਾ ਕੀ ਡਾਈਮੈਂਸ਼ਨਸ ਬਣ ਰਹੇ ਠੀਕ ਹੈ ਜੀ ਹੁਣ ਆਪਾਂ ਕਰਦੇ ਹਾਂ ਆਪਣਾ ਅਗਲਾ ਇੰਪੋਰਟੈਂਟ ਟੌਪਿਕ ਬਹੁਤ ਜ਼ਰੂਰੀ ਹੈ ਡਾਈਮੈਂਸ਼ਨਲ ਫਾਰਮੂਲਾ ਹਰ ਜਗ੍ਹਾ ਹਰ ਚੈਪਟਰ 'ਚ ਫਿਜ਼ਿਕਸ ਦੇ ਤੁਹਾਡੇ ਇਹ ਸਾਰੇ ਕੰਮ ਆਉਣਗੇ ਠੀਕ ਹੈ ਜੀ ਚਲੋ ਕਰੀਏ ਆਪਾਂ ਅਗਲਾ ਟੌਪਿਕ नेक्स्ट टॉपिक अपने को आ जाता है कन्वर्जन भी काफी इजी टॉपिक है ते स्कोरिंग टॉपिक है 3 मार्क्स का सम वैसे तो न्यूमेरिकल हर बार बनता ਹੁੰਦਾ ਹੈ ਤੁਸੀਂ ਕਹਿੰਦੇ ਰਹਿੰਦੇ ਨਾ न्यूमेरिकल ਆ ਦੇਖ ਲਓ ਇਹਨੂੰ ਆਪਾਂ न्यूमेरिकल ਹੀ ਬੋਲਾਂਗੇ ਕਨਵਰਜਨ ਕਨਵਰਟ टू न्यूटन टू डायन ਹੁਣ ਤੁਸੀਂ ਕਹੋਗੇ ਜੀ ਨਿਊਟਨ ਕੀ ਹੁੰਦਾ ਡਾਇਨ ਕੀ ਹੁੰਦਾ ਜਿਵੇਂ ਕਿ ਆਪਣੇ ਕੋਲ ਲੈਂਥ ਨੂੰ ਆਪਾਂ ਮੈਜ਼ਰ ਕਰਦੇ ਆ ਨਾ ਮੀਟਰਸ ਤੋਂ ਛੋਟੇ ਕੀ ਹੁੰਦੇ ਸੈਂਟੀਮੀਟਰਸ ਉਵੇਂ ਨਿਊਟਨ ਕੀ ਹੈ ਐਸਆਈ ਯੂਨਿਟ ਹੈ ਫੋਰਸ ਦੇ ਯੂਨਿਟ ਹੁੰਦੇ ਆ ਤੇ ਉਹਨੂੰ ਆਪਾਂ ਕਨਵਰਟ ਕਰਨਾ ਡਾਇਨਸ ਚ ਡਾਇਨ ਕੀ ਉਹਦੇ ਛੋਟੇ ਯੂਨਿਟਸ ਹੈ ਫਿਰ ਜਿਵੇਂ ਮੰਨ ਲਓ ਮਾਸ ਹੈ ਮਾਸ ਕੇਜੀਸ ਦੇ ਵਿੱਚ ਮੈਜ਼ਰ ਹੁੰਦਾ ਹੈ ਕਿਲੋਗ੍ਰਾਮਸ ਚ ਉਹ ਤੋਂ ਛੋਟੇ ਯੂਨਿਟ ਕੀ ਹੁੰਦੇ ਗ੍ਰਾਮਸ ਉਵੇਂ ਨਿਊਟਨ ਕੀ ਹੈ ਵੱਡੇ ਯੂਨਿਟ ਹੈ ਤੇ ਜਿਹੜਾ ਡਾਇਨਸ ਹੈ ਉਹ ਆਪਣੇ ਕੀ ਹੈ ਛੋਟੇ ਯੂਨਿਟ ਹੈ ठीक है चलो कन्वर्ट करते हैं सब तो पहले तो आपको एक फार्मूला पता होना चाहिए n1 u1 बराबर ਹੁੰਦਾ है n2 u2 ਦੇ ठीक है जी ਹੁਣ ਤੁਸੀਂ ਕਹੋਗੇ ਤੇ n1 ਕੀ ਹੈ u1 ਕੀ ਹੈ n2 ਕੀ ਹੈ u2 ਕੀ ਹੈ ਜਿਹੜਾ ਆਪਣਾ n1 ਹੈ ਉਹ ਤਾਂ ਹੈਗਾ numerical value ਮੈਂ ਜਮਾ ਸਟਾਰਟਿੰਗ ਤੇ ਸਮਝਾਈ ਹੋਈ ਹੈ u1 ਕੀ ਹੈ यूनिट ਕਾਦੇ ਵਿੱਚ ਹੈ ਇਹ
ਇਹ ਹੈਗੇ ਆਪਣੇ ਉਹਦੇ ਵਿੱਚ ਕੀ ਨਾਮ ਹੈ SI ਯੂਨਿਟ। ਠੀਕ ਹੈ ਜੀ। N2 ਕੀ ਹੈ, ਇਹ ਵੀ ਇੱਕ ਨੂਮੈਰੀਕਲ ਯੂਨਿਟ ਵੈਲਿਊ ਹੈ ਤੇ ਜਿਹੜੇ U2 ਹੈ ਉਹ ਹੈਗੇ CGS ਦੇ ਵਿੱਚ ਹੀ ਆਪਣੇ ਯੂਨਿਟਸ। ਠੀਕ ਹੈ ਜੀ, ਕਲੀਅਰ ਹੋਇਆ ਸਭ ਨੂੰ। ਜਿਹੜੇ N1 U1 ਹੈ, N1 ਕੀ ਹੈ ਨੂਮੈਰੀਕਲ ਵੈਲਿਊ 1, U1 ਕੀ ਹੈ SI ਯੂਨਿਟਸ, ਫਿਰ ਆਪਾਂ ਕੀਤੀ N2 ਨੂਮੈਰੀਕਲ ਵੈਲਿਊ 2, ਫਿਰ ਉਹਦੇ ਜਿਹੜੇ ਯੂਨਿਟ ਹੈ ਉਹ ਕਾਹਦੇ ਵਿੱਚ ਹੋਣਗੇ CGS ਦੇ ਵਿੱਚ, ਯਾਨੀ ਕਿ ਛੋਟੇ ਯੂਨਿਟਸ ਹੋਣਗੇ। ਕਿਉਂਕਿ ਆਪਾਂ ਕੀ ਕਰਨਾ ਹੈ 2 ਨਿਊਟਨ ਨੂੰ ਕਨਵਰਟ ਕਰਨਾ ਹੈ ਡਾਇਨਸ ਦੇ ਵਿੱਚ। ਤਾਂ ਇਹ ਕੀ ਦਿੱਤਾ ਹੋਇਆ ਆਪਾਂ ਨੂੰ N1 U1, ਕਿਉਂਕਿ ਨਿਊਟਨ ਕਾਹਦੇ ਯੂਨਿਟ ਹੈ SI ਯੂਨਿਟ ਹੈ, ਨੂਮੈਰੀਕਲ ਵੈਲਿਊ ਇਹਦੀ ਗਿਵਨ ਹੈ। ਡਾਇਨ ਕੀ ਹੈ ਆਪਾਂ ਨੂੰ U2 ਗਿਵਨ ਹੈ CGS ਦੇ, ਤੇ ਆਪਾਂ ਫਾਈਂਡ ਕੀ ਕਰਨਾ ਹੈ N2 ਫਾਈਂਡ ਕਰਨਾ ਹੈ। ਠੀਕ ਹੈ ਜੀ, ਸਭ ਨੂੰ ਸਮਝ ਆ ਗਿਆ। ਹੁਣ ਆ ਫਾਰਮੂਲੇ ਦੀ ਹੈਲਪ ਤੋਂ ਪਹਿਲਾਂ ਆਪਾਂ ਫੋਰਸ ਨੂੰ ਸਮਝਾਂਗੇ। ਫੋਰਸ ਦਾ ਡਾਇਮੈਂਸ਼ਨਲ ਫਾਰਮੂਲਾ ਮੈਨੂੰ ਸਾਰੇ ਜਣੇ ਦੱਸੋ, ਕਮੈਂਟ ਵਿੱਚ ਲਿਖਣਗੇ, ਜੋ ਕਿ ਹੁੰਦਾ ਹੈ m1 l1 t 2। ਠੀਕ ਹੈ ਜੀ, ਸਭ ਤੋਂ ਪਹਿਲਾਂ n1 ਦੀ ਵੈਲਿਊ ਪੁੱਟ ਕਰ ਦੋ 2। ਸਭ ਤੋਂ ਪਹਿਲਾਂ ਆਪਾਂ ਕੱਢਣਾ ਕੀ ਹੈ n2 ਫਾਈਂਡ ਕਰਨਾ ਹੈ ਨਾ, n2 ਇੱਧਰ ਰੱਖ ਲਓ तो ਕੀ ਆ ਜਾਊਗਾ n1 u1 upon u2 ਆ ਗਿਆ ਨਾ। एंड इधर मल्टीप्लाई से इधर आके की हो जाएगा डिवाइड च, आ फार्मूला डिवाइड हो गया सब नु। हुन बस वैल्यू पुट कर दो, n2 आई रख लो, n1 लिख दो, n1 की है 2 न्यूटन इनटू u1 SI ਦੇ ਵਿੱਚ ਮਾਸ ਕਾਦੇ ਵਿੱਚ ਮੈਜ਼ਰ ਹੁੰਦਾ ਹੈ ਕਿਲੋਗ੍ਰਾਮਸ ਚ, ਤਾਂ 1 kg upon CGS ਦੇ ਵਿੱਚ ਮਾਸ ਕਾਦੇ ਵਿੱਚ ਮੈਜ਼ਰ ਹੁੰਦਾ ਹੈ, ਛੋਟੇ ਯੂਨਿਟ ਕੀ ਹੁੰਦੇ ਨੇ ਗ੍ਰਾਮ। ਇਹਦੇ ਉੱਤੇ ਪਾਵਰ ਕਿੰਨੀ ਲੱਗ ਜੂਗੀ ਜਿੰਨੀ ਮਾਸ ਉੱਤੇ ਪਾਵਰ 1 ਹੈ ਤਾਂ 1 ਹੀ ਲੱਗ ਜੂਗੀ। ਠੀਕ ਹੈ ਜੀ, ਇੱਥੇ ਲਿਖ ਲਓ ਤੁਸੀਂ ਡਾਇਮੈਂਸ਼ਨਲ ਫਾਰਮੂਲਾ। ਹੁਣ ਜਿਹੜੀ ਲੈਂਥ ਹੈ, ਲੈਂਥ ਦੇ SI ਯੂਨਿਟ ਕੀ ਹੁੰਦੇ ਹੈ 1 ਮੀਟਰ अपॉन ਜਿਹੜੀ ਉਹ ਹੋਏਗੀ ਕੀ ਨਾਮ ਹੈਗਾ ਛੋਟੇ ਯੂਨਿਟ ਕੀ ਹੋਣਗੇ 1 ਸੈਂਟੀਮੀਟਰ। ਇਹਦੇ ਉੱਤੇ ਪਾਵਰ ਕਿੰਨੀ ਲੱਗੂ ਜਿੰਨੀ ਫੋਰਸ ਦੀ ਲੈਂਥ ਉੱਤੇ ਹੈ, ਫੋਰਸ ਦੀ ਲੈਂਥ ਉੱਤੇ 1 ਪਾਵਰ ਹੈ ਤਾਂ 1 ਹੀ ਲੱਗ ਜੂ। ਫਿਰ ਸੈਕਿੰਡ ਉਹਦੇ ਵਿੱਚ ਦੋਨਾਂ ਵਿੱਚ ਕੀ ਹੁੰਦੇ ਹੈ ਸੇਮ ਹੁੰਦੇ ਹੈ। ਸਹੀ ਗੱਲ ਹੈ ਨਾ ਜੀ। SI ਲੈ ਲਓ CGS ਲੈ ਲਓ, ਸੈਕਿੰਡ ਹੀ ਲੈਂਦਾ ਹੈ। ਆ ਸੈਕਿੰਡ ਨਾਲ ਸੈਕਿੰਡ ਕੱਟਿਆ ਗਿਆ। ਹੁਣ ਇਹਨੂੰ ਅੱਗੇ ਲਿਖ ਲਓ 2। 1 ਕਿਲੋ ਦੇ ਅੰਦਰ ਕਿੰਨੇ ਗ੍ਰਾਮ ਹੁੰਦੇ ਹੈ, 1 ਕਿਲੋ ਦੇ ਅੰਦਰ ਕਿੰਨੇ ਗ੍ਰਾਮ ਹੁੰਦੇ ਆਪਣੇ 1000 ग्राम अपॉन 1 ग्राम इनटू 1 मीटर के अंदर कितने सेंटीमीटर होंगे 100 सेंटीमीटर। आ ਤਾਂ ਕੱਟਿਆ ਹੀ ਗਿਆ, ਇਹ ਤਾਂ 1 ਹੀ ਰਹਿ ਜਾਊਗਾ। 1 ਦੀ ਚਾਹੇ ਪਾਵਰ ਤੁਸੀਂ ਮਾਈਨਸ ਲੈ ਲਓ, ਪੋਜ਼ਿਟਿਵ ਲੈ ਲਓ, ਲੱਖ ਲੈ ਲਓ, ਕਰੋੜ ਲੈ ਲਓ, ਉਹ 1 ਹੀ ਰਹੂਗਾ। ਹੁਣ ਆ 1 ਸੈਂਟੀਮੀਟਰ ਨਾਲ ਆ ਸੈਂਟੀਮੀਟਰ ਕੱਟਿਆ ਗਿਆ, 1 ਗ੍ਰਾਮ ਨਾਲ ਆ ਗ੍ਰਾਮ ਵੀ ਕੱਟਿਆ ਗਿਆ। n2 ਕਿੰਨਾ ਆ ਗਿਆ ਆਪਣੇ ਕੋਲ 2 इनटू 1 2 3 4 कितनी 5 2 इंटू 10 की पावर 5 डायन्स, या फिर तुसी आई लिख सकते हो, आई लिखना है। ठीक है जी, समझ आ गई सब नु की कीता मैंने। फिर तो मैं समझाना। सब तो पहले तो आपने लिखा कि क्वेश्चन की है, क्वेश्चन सीगा कन्वर्ट 2 न्यूटन टू डायन्स, कन्वर्ट 2 न्यूटन्स टू डायन। न्यूटन की है SI यूनिट, डायन की CGS यूनिट। फिर मैं एक फॉर्मूला पढ़ा है n1 u1 बराबर n2 u2। n1 की है न्यूमेरिकल वैल्यू, u1 की है SI यूनिट, n2 की है न्यूमेरिकल वैल्यू 2, u2 की है CGS सिस्टम। क्योंकि मैंने करनी सी n2 मैं एक पास से रख ली, बाकी सारा कुछ एक पास से ले आया n1 u1 अपॉन u2। फिर n2 में वैल्यूज पुट कीतियां, u1 यानी कि SI ਦੇ ਵਿੱਚ ਮਾਸ ਕਾਚ ਮੈਜ਼ਰ ਹੁੰਦਾ ਹੈ kgs ਚ अपॉन ग्राम, ਉਹ ਵੀ ਆ ਲਿਖਤੇ। ਪਾਵਰਾਂ ਮੈਂ ਉਹੀ ਦੇਖੀਆਂ ਜੋ ਫੋਰਸ ਦੇ ਫਾਰਮੂਲਾ ਦਿੰਦਾ ਹੈ। ठीक है जी, फिर आ गया ਤੁਹਾਡੇ ਕੋਲ। ਫਿਰ ਉਹਨੂੰ ਸੋਲਵ ਵਗੈरह ਕੀਤਾ। 1 ਕਿਲੋਗ੍ਰਾਮ ਦੇ ਅੰਦਰ 1000 ਗ੍ਰਾਮ ਹੁੰਦੇ, 1 ਗ੍ਰਾਮ ਨੀਚੇ ਸੀਗਾ ਹੀ। 1 ਮੀਟਰ ਵਿੱਚ 100 ਸੈਂਟੀਮੀਟਰ ਹੁੰਦੇ, 1 ਸੈਂਟੀਮੀਟਰ ਨੀਚੇ ਸੀਗਾ ਹੀ। 1 ਸੈਂਟੀਮੀਟਰ ਨਾਲ ਸੈਂਟੀਮੀਟਰ ਕੱਟ, 1 ਗ੍ਰਾਮ ਨਾਲ 1 ਗ੍ਰਾਮ ਕੱਟ। ਫਿਰ ਆਪਣੇ ਕੋਲ ਕੀ ਆ ਗਿਆ 2 × 10 ਦੀ ਪਾਵਰ ਡਾਇਨ, ਯਾਨੀ ਕਿ ਆਪਾਂ ਇਹ ਲਿਖਣਾ ਹੈ ਐਂਡ ਦੇ ਉੱਤੇ 2 ਨਿਊਟਨ ਦੇ ਵਿੱਚ 2 × 10 ਦੀ ਪਾਵਰ 5 डायन्स ਹੁੰਦੇ ਹੈ। ਇਹ ਤੁਹਾਡਾ ਫਾਈਨਲ ਆਨਸਰ ਹੈਗਾ। ठीक है जी, सब ਨੂੰ समझ आ गया। एक होमवर्क दवा ਇਸ ਦੇ ਨਾਲ ਹੀ ਹੋਊਗਾ। ਇੱਕ ਤਾਂ ਤੁਸੀਂ ਕਰ ਲਓ ਕਨਵਰਟ, 1 ਮਿੰਟ ਪਹਿਲਾਂ ਮੈਨੂੰ ਵਿਜ਼ੀਬਲ ਹੋ ਰਿਹਾ, ਤੁਹਾਨੂੰ ਥੋੜਾ ਇੱਧਰ ਨੂੰ ਕਰ ਲਓ। ਇੱਥੇ ਲਿਖੋ ਕਨਵਰਟ 6 ਨਿਊਟਨ ਟੂ ਡਾਇਨ। ਇਹ ਤੁਹਾਡੇ ਸਭ ਦਾ ਹੋਮਵਰਕ ਹੈ। ਮੈਨੂੰ ਕਮੈਂਟ ਵਿੱਚ ਸਭ ਦਾ ਆਨਸਰ ਆ ਜਾਣਾ ਚਾਹੀਦਾ ਹੈ।
ठीक है जी। फिर मैं ਤੁਹਾਨੂੰ ਇੱਕ ਹੋਰ ਇਸੇ ਕਨਵਰਜਨ ਉੱਤੇ ਸਮ ਕਰਾਣਾ, ਜਲਦੀ ਲਿਖੋ ਹੋਮਵਰਕ। ਕਨਵਰਟ 6 ਨਿਊਟਨ ਟੂ डायंस। ठीक है जी, लिख लोगे सारे बच्चे। अगला क्वेश्चन करिए, इनके नाल नहीं होगा, ਉਹਦੇ ਵਿੱਚ ਕੀ ਹੋ ਜਾਊਗਾ, ਜੂਲ ਨੂੰ ਆਪਾਂ ਕਰਨਾ ਪਊ ਅਰਗਸ ਚ। ਮੈਂ ਸਮਝਾਣਾ ਸੋਨੂੰ, ਠੀਕ ਹੈ ਜੀ। ਟੈਨਸ਼ਨ ਨਾ ਲਓ, ਸਾਰੀ ਸਲਾਈਡਸ ਤੁਹਾਨੂੰ ਮਿਲ ਜੂਗੀ ਉਹਦੇ ਉੱਤੇ, ਟੈਲੀਗ੍ਰਾਮ ਉੱਤੇ। ਸੇਮ ਉਹ ਜਿਹਾ ਹੀ ਸਵਾਲ ਹੈ। ਇਹਦੇ ਵਿੱਚ ਕੀ ਹੈ, ਆਪਾਂ ਜਾਊਲ ਨੂੰ ਅਰਗਸ ਵਿੱਚ ਕਰਨਾ ਕਨਵਰਟ। ਉਹਦੇ ਵਿੱਚ ਕੀ ਸੀ, ਆਪਾਂ ਨਿਊਟਨ ਨੂੰ ਡਾਇੰਸ ਵਿੱਚ ਕਨਵਰਟ ਕਰ ਰਹੇ ਸੀ। ਬਹੁਤ ਸੌਖਾ ਹੈ, ਉਵੇਂ ਹੀ ਹੋਊਗਾ। ਸਭ ਤੋਂ ਪਹਿਲਾਂ ਜਾਊਲ ਯੂਨਿਟ ਕਿਹਦੇ ਹੁੰਦੇ ਆ, ਕਿਸੇ ਨੂੰ ਪਤਾ ਹੈ? ਜਾਊਲ ਕਿਹਦੇ ਯੂਨਿਟ ਹੁੰਦੇ ਆ? ਜਾਊਲ ਆਪਣੇ ਯੂਨਿਟ ਹੁੰਦੇ ਆ ਵਰਕ ਦੇ। ਵਰਕ ਦਾ ਫਾਰਮੂਲਾ ਕੀ ਹੁੰਦਾ ਹੈ? ਜਿਹਦੇ ਵੀ ਯੂਨਿਟ ਇੱਥੇ ਦਿੱਤੇ ਹੋਏ, ਸਭ ਤੋਂ ਪਹਿਲਾਂ ਉਹਦਾ ਫਾਰਮੂਲਾ ਲਿਖ ਲਓ। ਵਰਕ ਹੁੰਦਾ ਫੋਰਸ ਇਨਟੂ ਡਿਸਪਲੇਸਮੈਂਟ, ਯਾਨੀ ਕਿ m1 l2 t -2, ਜਾਂ ਫਿਰ ਆਪਾਂ ਬੋਲ ਸਕਦੇ ਆ ਫੋਰਸ ਤੋਂ ਬਾਅਦ, ਫੋਰਸ ਤੋਂ ਇੱਕ ਅੱਗੇ ਕੀ ਹੁੰਦਾ ਸੀ, ਵਰਕ। ਤੇ l ਵਿੱਚ ਕੀ ਜੁੜ ਗਿਆ, 1 2, 1 ਜੁੜ ਜੂਗਾ ਤਾਂ l 2 ਆ ਗਿਆ। ਫਾਰਮੂਲਾ ਯਾਦ ਹੈ ਸਭ ਨੂੰ? ਆਪਾਂ ਕੀ ਕਰਨਾ ਹੈ, n2 ਕੱਢਣਾ ਹੈ। n2 ਬਰਾਬਰ ਹੁੰਦਾ ਹੈ n1 u1 upon u2। ठीक है जी, ਹੁਣ ਵੈਲਿਊਜ਼ ਪੁੱਟ ਕਰ ਦੋ। n1 ਕੀ ਹੈ, n1 ਹੈ 5। ਜਿਵੇਂ ਜਾਊਲ ਹੈ ਉਹ ਵੱਡਾ ਯੂਨਿਟ ਹੈ, ਤਾਂ ਅਰਗ ਕੀ ਹੋ, ਛੋਟਾ ਯੂਨਿਟ ਹੋਊਗਾ। ਜਿਵੇਂ ਕਿਲੋਗ੍ਰਾਮ ਵੱਡਾ ਯੂਨਿਟ ਹੁੰਦਾ ਹੈ, ਉਹ ਵੀ ਗ੍ਰਾਮਸ ਕੀ ਛੋਟਾ ਯੂਨਿਟ ਹੁੰਦਾ ਹੈ। ਸਮਝ ਆ ਗਈ? 5 ਇਨਟੂ ਵੱਡਾ ਯੂਨਿਟ ਉੱਪਰ ਲਿਖਣਾ ਹੈ, ਜਿਹੜਾ ਮਾਸ ਹੈ ਉਹ ਵੱਡਾ ਯੂਨਿਟ, ਮਾਸ ਦਾ ਵੱਡਾ ਯੂਨਿਟ ਕੀ ਹੁੰਦਾ ਹੈ, 1 kg upon 1 ਗ੍ਰਾਮ। ਇਹਦੇ ਉੱਤੇ ਪਾਵਰ ਕਿੰਨੀ ਆ ਜੂਗੀ, ਜਿੰਨੀ m ਉੱਤੇ, ਯਾਨੀ ਕਿ 1 इनटू लेंथ। ਹੁਣ ਆਪਾਂ ਕਰੀਏ ਉਹ ਲੈਂਥ। ਲੈਂਥ ਦਾ ਵੱਡਾ ਯੂਨਿਟ ਕੀ ਹੁੰਦਾ ਹੈ, ਮੀਟਰ ਅਪਨ ਸੈਂਟੀਮੀਟਰ ਅਪਨ ਉਹਦਾ ਸਕੁਅਰ ਇਨਟੂ, ਫਿਰ ਸੈਕਿੰਡ। ਸੈਕਿੰਡ ਉੱਤੇ ਕਿੰਨੀ ਹੈ ਪਾਵਰ, -3। ठीक है जी, सेकंड नाल सेकंड हो गया कैंसिल। n2 बराबर किदे आ जाऊगा, 5 इनटू 1 किलो ਵਿੱਚ ਕਿੰਨੇ ਗ੍ਰਾਮ ਹੁੰਦੇ ਜੀ, ਕਿਸੇ ਨੂੰ ਪਤਾ ਹੈ? 1000 ग्राम। ਇਹਦੀ ਪਾਵਰ ਤਾਂ ਚਲੋ ਲਿਖੋ ਹੀ ਨਾ ਚਾਹੇ, ਇਹਦੀ ਲਿਖਣੀ ਪਊਗੀ। ਇਹਦੇ ਵਿੱਚ ਹੁੰਦੇ 100 ਸੈਂਟੀਮੀਟਰ 1 ਮੀਟਰ ਵਿੱਚ ਅਪਨ 1 ਸੈਂਟੀਮੀਟਰ, ਉਹਦੀ ਪਾਵਰ ਲਿਖ ਦੋ 2। ਇਹਨੂੰ ਤਾਂ ਚਾਹੇ ਤੁਸੀਂ 1 ਹੀ ਲਿਖ ਦੋ। ठीक है जी, आप ग्राम नाल ग्राम कैंसिल, आ 1 सेंटीमीटर ना 1 सेंटीमीटर कैंसिल। ठीक है जी, n2 वो किदे बराबर आ जाऊगा, 5 इनटू 1 0 0 0 इनटू ਇਹਦੀ ਕਿੰਨੀਆਂ ਜ਼ੀਰੋ ਹੋ ਜਾਣਗੀਆਂ, ਕਿਉਂਕਿ ਸਕੁਅਰ ਹੈ। 100 ਦਾ ਸਕੁਅਰ ਕੀ ਹੋਊਗਾ, ਜਦੋਂ ਵੀ 100 200 ਮੰਨ ਲਓ 100 ਹੈ, 1000 ਹੈ, ਲੱਖ ਹੈ, ਕਰੋੜ ਹੈ, ਉਹਦਾ ਸਕੁਅਰ ਕਰਨਾ ਹੋਵੇ, ਜਿੰਨੀ ਜ਼ੀਰੋਜ਼ ਹੈ ਉਹਨੂੰ ਡਬਲ ਕਰ ਦੋ। ਇੱਥੇ 2 ਜ਼ੀਰੋ ਅਸੀਂ ਤਾਂ ਲਿਖਤੀ 4 ਜ਼ੀਰੋਜ਼, ਇਹ ਤੋਂ 1 ਲਿਖ ਦੋ। ਹੁਣ ਆਪਾਂ ਇਹਨੂੰ ਕੀ ਲਿਖ ਸਕਦੇ, ਪਹਿਲਾਂ ਜ਼ੀਰੋਜ਼ ਗਿਣੋ, 3 ਆ ਪਈ 4 ਆ ਪਈ, ਤਾਂ ਇਹਨੂੰ ਆਪਾਂ ਕੀ ਲਿਖ ਸਕਦੇ ਆ, 5 × 10 ਦੀ ਪਾਵਰ 7 ਅਰਗਸ। ਜਾਂ ਫਿਰ ਤੁਸੀਂ ਐਂ ਲਿਖ ਸਕਦੇ ਹੋ ਕਿ ਜਿਹੜਾ ਆਪਣਾ ਆਹਾਗਾ 5 ਜਾਊਲ ਹੈ, ਇਹ ਕਾਦੇ ਬਰਾਬਰ ਹੁੰਦਾਗਾ, 5 × 10 ਦੀ ਪਾਵਰ 7 ਅਰਗਸ। ਇਹ ਤੁਹਾਡਾ ਫਾਈਨਲ ਆਨਸਰ ਆ ਗਿਆ। ਠੀਕ ਹੈ ਜੀ, ਸਮਝ ਆ ਗਿਆ ਸਭ ਨੂੰ? ਕਿ ਫਿਰ ਸਮਝਾਵਾਂ? ਆਪਾਂ ਜੇ ਫੇਰ ਸਮਝਣਾ ਹੋਵੇ, ਆਪਾਂ ਨੂੰ ਬੋਲਿਆ ਸੀ ਕਨਵਰਟ 5 ਜਾਊਲ ਟੂ ਅਰਗਸ। ਆ ਫਾਰਮੂਲਾ ਪਤਾ ਸੀ, n1 ਦੀ ਵੈਲਿਊ ਆਪਾਂ ਪੁੱਟ ਕਰਤੀ ਜੋ ਕਿ 5 ਸੀ। ਫਿਰ ਵੱਡੇ ਯੂਨਿਟਸ, ਮਾਸ ਦਾ ਵੱਡਾ ਯੂਨਿਟ ਹੁੰਦਾ ਕਿਲੋ ਅਪਨ 1 ਗ੍ਰਾਮ, m ਉੱਤੇ ਪਾਵਰ 1 ਸੀ ਤਾਂ ਇਹਦੇ ਉੱਤੇ ਵੀ ਪਾਵਰ 1 ਆ ਗਈ। ਫਿਰ ਆਪਾਂ ਕੀਤਾ ਆ ਵਾਲਾ, ਕੀ ਨਾਮ ਹੈ, ਮਿਡ ਲੈਂਥ ਦਾ। ਲੈਂਥ ਦਾ ਵੱਡੇ ਯੂਨਿਟ ਹੁੰਦੇ ਨੇ ਮੀਟਰਸ। ਮੀਟਰਸ ਦੇ ਵਿੱਚ ਆਪਾਂ 1 ਮੀਟਰ ਉੱਪਰ ਲਿਖਤਾ, ਫਿਰ ਉਹਦੇ ਛੋਟੇ ਯੂਨਿਟ ਉੱਤੇ ਜੋ ਕਿ ਹੁੰਦੇ ਸੈਂਟੀਮੀਟਰ। ਠੀਕ ਹੈ ਜੀ, ਉਹਦੇ ਉੱਪਰ ਪਾਵਰ ਕਿੰਨੀ ਲਾਤੀ, 2। ਕਿਉਂ ਲਗਾਈ, ਕਿਉਂਕਿ ਇੱਥੇ ਲੈਂਥ ਦੇ ਉੱਤੇ ਪਾਵਰ ਕਿੰਨੀ ਸੀ, 2 ਸੀਗੀ। ਫਿਰ ਆਪਾਂ ਲਿਖਿਆ ਟਾਈਮ, ਟਾਈਮ ਦੇ ਹੁੰਦੇ ਸੈਕਿੰਡਸ। ਸੈਕਿੰਡ ਨਾਲ ਸੈਕਿੰਡ ਕੈਂਸਲ ਹੋ ਗਿਆ, -2 ਸੀ। 1 ਦੀ ਪਾਵਰ ਚਾਹੇ -300 ਹੋਵੇ, 1000 ਹੋਵੇ, ਲੱਖ ਹੋਵੇ, ਉਹ ਰਹੂਗਾ ਇੱਕੋ ਹੀ। ਫਿਰ ਇਹਨੂੰ ਆਪਾਂ 5 ਇਨਟੂ ਆधा ਹੋ ਗਿਆ ਸੀ 1 ਕਿਲੋ ਵਿੱਚ ਹੁੰਦੇ 1000 ਗ੍ਰਾਮਸ, 1 ਮੀਟਰ ਦੇ ਵਿੱਚ 100 ਸੈਂਟੀਮੀਟਰ। ਇਹਨੂੰ ਆਪਾਂ ਕੈਲਕੂਲੇਟ ਕੀਤਾ ਤਾਂ 1000 ਇਨਟੂ 10000। ਹੁਣ ਜਦੋਂ ਆਪਾਂ ਜੀਵਾ ਕੈਲਕੂਲੇਟ ਕੀਤੀਆਂ, 4 0 ਆ ਪਈਆਂ, 3 ਆ ਪਈਆਂ, ਤੇ ਇੱਕ ਲਿਖਤਾ 10 ਦੀ ਪਾਵਰ 7, ਜਾਂ ਫਿਰ ਤੁਸੀਂ ਲਿਖ ਸਕਦੇ ਹੋ 5 ਜਾਊਲ ਬਰਾਬਰ ਹੈ 5 × 10 ਦੀ ਪਾਵਰ 7 ਅਰਗ। ਠੀਕ ਹੈ ਜੀ, ਕਨਵਰਜਨ ਵਾਲਾ ਸਮ ਤੁਹਾਨੂੰ ਸਾਰਾ ਕਲੀਅਰ ਹੋਇਆ। ਅਗਲੇ ਨੂਮੈਰੀਕਲ ਦੀ ਤਰਫ ਚੱਲਦੇ ਹਾਂ। ਟੈਨਸ਼ਨ ਨਹੀਂ ਲੈਣੀ। ਸੁਣ, ਆਹ ਜਿਹੜਾ ਇੱਕ ਪਿਛਲਾ ਨੂਮੈਰੀਕਲ ਮੈਂ ਦਿੱਤਾ ਸੀ ਹੋਮਵਰਕ ਵਿੱਚ, ਉਹ ਤੇ ਆ ਸਲਾਈਡ ਸਾਰੀ ਤੁਹਾਨੂੰ ਮਿਲ ਜੂਗੀ ਟੈਲੀਗ੍ਰਾਮ ਚੈਨਲ ਦੇ ਉੱਤੇ। ਚਲੋ ਬਈ ਆਪਾਂ ਚੱਲਦੇ ਹਾਂ ਨੈਕਸਟ ਸਲਾਈਡ ਦੀ ਤਰਫ। ਫਿਰ ਆਪਣੇ ਕੋਲ ਆ ਜਾਂਦਾ ਹੁੰਦਾਗਾ ਸੈਕਿੰਡ ਟਾਈਪ ਦਾ ਨੂਮੈਰੀਕਲ, ਜੋ ਕਿ ਹੁੰਦਾ ਚੈੱਕ ਦ ਕਰੈਕਟਨੈਸ ਆਫ ਫਾਰਮੂਲਾ। ਕਾਫੀ ਈਜ਼ੀ ਹੋਊਗਾ ਇਹ ਵੀ। ਤੇ ਅਗੇਨ ਡਾਇਮੈਂਸ਼ਨਲ ਫਾਰਮੂਲੇ ਜਿਹਨੂੰ ਆਉਂਦੇ ਆ ਉਹ ਈਜ਼ੀਲੀ ਕਰ ਲੂਗਾ। ਜਿਵੇਂ ਕਿ ਮੈਂ ਇੱਕੋ ਹੀ ਸਮ ਕਰਾਉਂਗਾ, ਬਾਕੀ ਤੁਸੀਂ ਆਪੇ ਕਰ ਸਕਦੇ ਹੋ, ਬਹੁਤ ਸੌਖਾ ਹੋਊਗਾ। ਇੱਕੋ ਹੀ ਕਰਵਾ ਰਿਹਾ ਮੈਂ ਇਹਦੇ ਵਿੱਚ।
जिमें चेक वी एस बराबर यूटी प्लस हाफ एटी स्क्वेयर इज करेक्ट। आए आ जाऊगा चेक एस इक्वल्स यूटी प्लस हाफ एटी स्क्वेयर इज करेक्ट। तुसी दसना है कि ये इक्वेशन करेक्ट है या नहीं, ये फार्मूला करेक्ट है या नहीं। हुण इन्हां आपां किवें पता करांगे? सब तो पहले तो सोनू सब दे डायमेंशंस पता होने चाहिए। जेड़ा एस है, एस की हुंदा वैसे डिस्टेंस, डिस्टेंस मतलब लेंथ, ठीक है जी। ये तो हो गई अपनी एलएचएस, एलएचएस है L1। फिर यू, यू की हुंदी है इनिशियल वेलोसिटी, टाइम, टी की हुंदा है टाइम। हाँ एक गल सुन लो, जदों भी कोई आई 1/2 1 5 6 कुछ भी लिखा होवे, कोई भी नंबर यानी कि कोई भी कांस्टेंट होवे, ओनू आपां इग्नोर करना है, आपां ओनू नहीं लिखते हुंदे, ठीक है जी। फिर आपां बस हम करिए आरएचएस ਨੂੰ सॉल्व, आरएचएस ਨੂੰ सॉल्व करांगे यू, यू हुंदी है इनिशियल वेलोसिटी यानी कि L1 t-1 इनटू t1, ठीक है जी। फिर प्लस द आई लिख दो एक बार। फिर ए भी हुंदी है एक्सेलरेशन इनटू टी स्क्वायर, ठीक है जी। हुण तुसीं इहनूं कैलकुलेट करोगे तो तुहाडे कोल की आऊगा, आह देखो आ दोनों का बेस सेम है, पावरां की है माइनस होणगियां, ओ सॉरी ऐड हो जाणगियां, -2 + 2 हुंदा है 0, तां की आ जूगी ए दे नाल कैंसल हो जूगी, सेम इत्थे भी कैंसल हो जूगी। फिर जदों आपां देखीए तां अपने कोल आ की आ रहा हैगा आरएचएस दे विच L1 + L1, तां ये की आ जूगा L पावर 1। हुण तुसीं कहोगे जी आ की गल करती, एक्चुअल दे विच एक मैथमैटिकल आइडेंटिटी हुंदी है। जदों मान लो किसी भी चीज़ दा बेस सेम होवे, बेस सेम होवे, पावरां भी मान लो आपां सेम करतीआं, बेस भी सेम होवे पावरां भी सेम होवे ते इत्थे मल्टीप्लाई होवे, इत्थे की होवे मल्टीप्लाई, ते आपां पता की करना हुंदा है ओदा पुट्ठा, बेस तो उही रहूगा जिवें आपां ऐ करदे हुंदे सी ना, बेस दोनों दा सेम है ते मल्टीप्लाई च ते पावरां ऐड हो जांदियां सी, ओदा पुट्ठा मतलब इत्थे हुण प्लस मल्टीप्लाई की जगह ते प्लस है ते पावरां की हो जांदियां मल्टीप्लाई हो जांदियां। सेम फॉर इत्थे L + L, बेस सेम सी, बेस में आई लिखता, पावरां की करता आपां मल्टीप्लाई, तां की आ गया L1, यही तो सी अपनी LHS। तो आप की देखा LHS डायमेंशनली इक्वल है RHS दे, तो ये फार्मूला की है करेक्ट है, ठीक है जी। सबनों समझ आ गया? एक क्वेश्चन होमवर्क वास्ते ले जाओ, सॉल्व करके देखना है v² - u² बराबर 2as। ਇਹਨੂੰ ਤੁਸੀਂ ਡਾਇਮੈਂਸ਼ਨਲੀ ਪ੍ਰੂਵ ਕਰਕੇ ਦੇਖਣਾ ਹੈ, ਦੇਖੋ ਹੁੰਦਾ ਹੈ ਕਿ ਨਹੀਂ, ਜੇ ਨਹੀਂ ਹੋਊਗਾ ਕਮੈਂਟ ਵਗੈਰਾ ਦਿਓ, ਮੈਂ ਫਿਰ ਤੋਂ ਇਹਦੀ ਵੀਡੀਓ ਇੱਕ ਬਣਾ ਦੂੰਗਾ। ਹੁਣ ਆਪਾਂ ਕਰਦੇ ਹਾਂ ਆਪਣਾ ਥਰਡ ਟਾਈਪ ਆਫ ਨੂਮੈਰੀਕਲਸ ਦੀ ਤਰਫ, ਫੋਟੋ ਤੁਹਾਨੂੰ ਟੈਲੀਗ੍ਰਾਮ ਉੱਤੇ ਮਿਲ ਜੂਗੀ। ਨੈਕਸਟ ਆਪਣੇ ਕੋਲ ਆ ਜਾਂਦਾ ਹੈ ਡਿਰਾਈਵ ਦ ਰਿਲੇਸ਼ਨ ਉੱਤੇ ਨੂਮੈਰੀਕਲਸ, ਕਾਫੀ ਸੌਖੇ ਨੇ, ਇੱਕ ਕਰਵਾਉਂਗਾ ਸਾਰਾ ਤੁਹਾਨੂੰ ਸਮਝ ਆ ਜਾਊ ਇੱਕ ਦੇ ਵਿੱਚ ਹੀ। ਆਪਾਂ ਨਾ ਇਹਦੇ ਵਿੱਚ ਕੀ ਹੈ ਡਾਇਮੈਂਸ਼ਨਲ ਫਾਰਮੂਲੇ ਬਣਾਣੇ ਹੈ, ਫਾਰਮੂਲਾ ਬਣਾਣਾ ਹੈ, ਉਹ ਚ ਕਿਸੇ ਨੂੰ ਪ੍ਰੂਵ ਕਰਦੇ ਸੀ ਕਿ ਫਾਰਮੂਲਾ ਸੇ ਕਰੈਕਟ ਹੈ, ਇਹ ਚ ਆਪਾਂ ਬਣਾਵਾਂਗੇ। ਮੰਨ ਲਓ ਆਪਣੇ ਕੋਲ ਇੱਕ ਇਕੁਏਸ਼ਨ ਹੈ ਡਿਰਾਈਵ ਡਾਇਮੈਂਸ਼ਨਲੀ ਦ ਐਕਸਪ੍ਰੈਸ਼ਨ ਆਫ ਦ ਸੈਂਟਰੀਪੀਟਲ ਫੋਰਸ, ਸੈਂਟਰੀਪੀਟਲ ਫੋਰਸ ਚੈਪਟਰ 3 ਦੇ ਅੰਦਰ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਗਾ। ਇੱਥੇ ਤੁਸੀਂ ਮੰਨ ਲਓ ਕਿ ਫੋਰਸ ਹੈ एक्टिंग ऑन अ पार्टिकल ऑफ मास m, ये एक्ट कर रही है मास m दे पार्टिकल ते जेड़ा कि वेलोसिटी v नाल वर्क कर रहा है एक सर्कल ऑफ रेडियस r दे विच। कहने दा भाव एक फोर्स है सेंट्रीपिटल फोर्स, वो डिपेंड करती है मास दे उत्ते, डिपेंड कर रही है वेलोसिटी उत्ते ते डिपेंड कर रही है रेडियस उत्ते, ठीक है जी। आ चीज जी मेन है। हुण आपां की करांगे जदों तीनों ही फोर्स दे उत्ते डिपेंड कर रही है, अपन ना इकट्ठा लिख सकते हैं m r v ते r लिखता। हुण इस साइन को हटाने वास्ते आप एक डायमेंशनल कांस्टेंट यूज करांगे जिन्हों आप बोलते हैं k। इत्थे लिख दो k की अपना डायमेंशनल कांस्टेंट, ठीक है जी। हुण फोर्स का फार्मूला लिखो सारे जने, डायमेंशनल फार्मूला m1 l1 t-2, ठीक है। k की वैल्यू आप डायमेंशनल कांस्टेंट है तो उन्हें इग्नोर करो। मास, मास हुंदा है m1, एनू की लिखता आप a आई पावर पा देनी है सब उत्ते, v है, v का फार्मूला हुंदा है l1 t-1, ए दी पावर पा दो b। सो सब कुछ गिवन होगा कि मास m की है, v की है, r की है। r हुंदी है रेडियस,
ਇਹਨੂੰ ਨਾਮ ਦਿੱਤਾ ਆਪਾਂ C। ਠੀਕ ਹੈ ਜੀ। ਹੁਣ ਤੁਸੀਂ ਕੀ ਕਰਨਾ ਹੈ, ਇਹਨੂੰ ਬ੍ਰੈਕਟਸ ਨੂੰ ਖੋਲ ਲਓ। m1 l1 t-2 ਬਰਾਬਰ ma into lb t minus b, -1 ਨੂੰ b ਨਾਲ ਮਲਟੀਪਲਾਈ ਕਰਾਂਗੇ ਤੇ t minus b ਲਿਖ ਸਕਦੇ ਹਾਂ ਤੇ lc। ਆ ਦੇਖੋ ਬੇਸ ਸੇਮ ਹੈ, ਪਾਵਰਾਂ ਕੀ ਹੋ ਜਾਂਦੀਆਂ ਸੀ, ਬੇਸ ਸੇਮ ਤੇ ਐਡ ਮੈਥਮੈਟਿਕਲ ਆਇਡੈਂਟੀਟੀ ਕੀਤੀ ਹੈ ਹੁਣੇ ਆਪਾਂ। ਹੁਣ ਜਿਹੜਾ ਆ ਵਾਲਾ m ਹੈ, ਆ ਵਾਲਾ m ਦੇਖੋ, क्योंकि दोनों का बेस सेम है तो पावर आप बराबर रख दिए, तो जो आप a के बराबर 1 रखा तो a की वैल्यू कितनी आ गई 1, तो आ वाली l ते आ वाली l देखो a च भी कर दिए, जी पावर उन्होंने बराबर रख दी तो b बराबर आ गया b प्लस c बराबर आ गया 1। हुण मेरे को b ना मेरे b है ना c है। हुण आपां करांगे एक बार तीसरी वाली ते देखो, ਇਹਦੇ ਵਿੱਚ ਆਪਾਂ ਨੂੰ b ਮਿਲ ਜੂਗਾ ਨਾ, ਉਹਦੇ ਵਿੱਚ ਕੀ ਲਿਖਿਆ ਹੋਇਆ -b ਬਰਾਬਰ -2, माइनस ना माइनस कैंसल, तो b की वैल्यू आ गई 2। हुण आही b की वैल्यू इस दे विच पुट कर दो, 2 प्लस c बराबर 1, तो c आ जाऊगा तुहाडे कोल -1। हुण a भी आ गया, b भी आ गया, c भी आ गया। हुण तुसीं की करना है, फाइनली इहदा फार्मूला लिखांगे f बराबर, देखो जदों भी पावर माइनस आती है, ਜਦੋਂ भी पावर माइनस आती है तो आप क्या डिनोमीनेटर के लिखते हैं, यानी कि नीचे लिखते हैं। हम पावर माइनस का आई आर की, क्योंकि आर की सी सी, तो आर की लिख देंगे आप नीचे। हुण ए भी आई सी पावर 1, ए की सीगा अपना एम, तो एम कितने लिखांगे ऊपर। फिर तुसीं की लिख रहे बी, बी की पावर कितनी आई सी, पॉजिटिव आई सी, तो कितनी आई सी 2, तो एम वी स्क्वेयर। जिन्होंने मेरे तो इंपॉर्टेंट क्वेश्चन पढ़े सी चैप्टर 3 के, मैं सेंटीमीटर फोर्स का पूरा एक आर्टिकल करवाया सी, उसदे विच भी जिहड़ा आप सेंटीमीटर फोर्स है कादे बराबर आंदा हुंदा सी mv स्क्वायर अपॉन r। तो समझ आ गई सबनों। आई क्वेश्चन आ जाऊगा छोटा मोटा, बहुत सौखा है, 3 मार्क्स दे विच आ सकता है वध तो वध। कई बच्चे की करेंगे a b c की पावरां कढ आएंगे, बस इत्थे छड्ड देंगे, फार्मूला ही डिराइव करके आएंगे। जे 3 मार्क्स आंदे तो सिर्फ 2.5 ही मिलेंगे सोनू, तो फार्मूला भी डिराइव करके आना गा। ठीक है जी। हुण आपां करदे अपना लास्ट टॉपिक इस चैप्टर का, सिग्निफिकेंट फिगर्स। थ्योरेटिकल क्वेश्चन इन्ने जो बनते नहीं, एक क्वेश्चन होर बनूगा, वो मैं तुहानूं आई ओरली दस दूंगा, टैलीग्राम उत्ते तुहानूं पिक मिल जूगी हर स्लाइड की। नैक्सट अपने को मोस्ट इंपॉर्टेंट टॉपिक आ जाता है, तो सब तो छोटा टॉपिक सिग्निफिकेंट फिगर्स। काफ़ी ईजी टॉपिक है, 4 रूल्स है बस इनके लिए। जो तुम 4 रूल समझ ले, थोड़ा सिग्निफिकेंट फिगर भी हो जाएगा। मैं 1 मार्क्स का क्वेश्चन जरूर बनूंगा ही बनूंगा, फाइनल एग्जाम हो चाहे वो थोड़े बाय मंथली जोन। ठीक है जी। तो सब तो पहला क्वेश्चन आता है, और ये रूल्स की है, ऑल नॉन जीरो डिजिट्स आर सिग्निफिकेंट। जिन्ने भी नंबर जीरो नहीं होंगे, जीरो नूं छड्ड के हर एक नंबर सिग्निफिकेंट है। जीरो नूं छड्ड के हर एक नंबर सिग्निफिकेंट है, जिमें 15.75, 11, 256। जे मैं गल करा 15.75, तो एक सिग्निफिकेंट फिगर्स कितनियां होंगियां, क्योंकि कोई भी नंबर जीरो नहीं है तो कितने अक्षर है 4, तो एक सिग्निफिकेंट फिगर कितनी हो 4। इहदे च 2 अक्षर है तो 2, इहदे च 3 है तो इहदे च 3। तो अपना पहला रूल ये बोलता है कि जीरो नूं छड्ड के बाकी सारे नंबर अपने सिग्निफिकेंट फिगर्स कहलाउंदे है। दूजा रूल, ऑल जीरोस बिटवीन नॉन जीरो डिजिट्स आर सिग्निफिकेंट। जिन्नियां भी जीरोस दो नॉन सिग्निफिकेंट नॉन जीरो डिजिट्स विच आ जाती हैं, मतलब ऑल जीरोस बिटवीन नॉन जीरो डिजिट्स आर सिग्निफिकेंट। द कहने का भाव है, मान लो 2 नंबर है 2 ते 6, ये दोनों जीरो तो है नहीं, जे मैं ये विच जीरो लाती तो ये सिग्निफिकेंट फिगर 3 आ जाएगी। मतलब जे कोई जीरो दो नॉन जीरो डिजिट्स के विच आ रही है तो सिग्निफिकेंट रखाऊगी। जिवें 401 है, इनके सिग्निफिकेंट फिगर 3 बननगे। क्यों? क्योंकि देखो जीरो की है, एक इधर 4 है, इधर 1 है, दोनों नॉन जीरो है, मतलब जीरो नहीं है, दोनों अलग और नंबर्स है। फिर 4012 इनके जे गल करिए तो 4 0 1 2 तीनों जे जीरो ने आप इधर राइट साइड देखिए तो लैफ्ट साइड देखिए, तो दोनों पासे नॉन जीरो डिजिट है, तो सिग्निफिकेंट फिगर कितने बनने सी 4। मैं मान लो जे मैं लिख दिंदा 200 201, तो इहदे च भी जेडी आ वाली जीरो है ये तो सिग्निफिकेंट अखाऊगी, पर आ वाली सिग्निफिकेंट नहीं आऊगी। दोनों इहदे च जे आप गल करिए तो इहदे च दो ही सिग्निफिकेंट फिगर्स होंगियां। क्यों? क्योंकि जे आप आ वाली जीरो की गल करिए तो इहदे जीरो दे इधरले पासे तो नॉन जीरो है, पर इधरले पासे की है जीरो है, जिहदे करके सिर्फ 2 सिग्निफिकेंट फिगर्स आउणगियां। कमेंट करके जाओ कि आ सिग्निफिकेंट फिगर बनूगा।
ਇਹ 'ਚ ਕਿੰਨੇ ਸਿਗਨੀਫੀਕੈਂਟ ਡਿਜਿਟਸ ਹੈ ਕਮੈਂਟ ਕਰਕੇ ਜਾਣਾ ਹੈ। ਹੁਣ ਆਪਾਂ ਅਗਲੇ ਦੋ ਲਾਅ ਵੀ ਪੜ੍ਹ ਦਿੰਦੇ ਹਾਂ। ਜੇ ਆਪਾਂ ਇਹ ਥਰਡ ਲਾਅ ਪੜ੍ਹੀਏ ਤਾਂ ਥਰਡ ਲਾਅ ਬੋਲ ਰਿਹਾ all the zeros to the right of last non zero digits are non significant। ਕਹਿਣ ਦਾ ਭਾਵ ਜਿਹੜੀ ਆਪਣੇ ਰਾਈਟ ਪਾਸੇ ਵਾਲੀ ਜਿੰਨੀਆਂ ਵੀ ਜ਼ੀਰੋਜ਼ ਹੈ, ਮੰਨ ਲਓ ਇੱਥੇ ਨਾਨ ਸਿਗਨੀਫੀਕੈਂਟ ਡਿਜਿਟ ਦੇ ਇਧਰਲੇ ਪਾਸੇ ਜਿੰਨੀ ਵੀ ਜ਼ੀਰੋਜ਼ ਹੈ ਉਹ ਸਾਰੀਆਂ ਕੀ ਹੋਣਗੀਆਂ, ਨਾਨ ਸਿਗਨੀਫੀਕੈਂਟ ਹੋਣਗੀਆਂ, ਮਤਲਬ ਉਹ ਸਿਗਨੀਫੀਕੈਂਟ ਫਿਗਰਸ ਨਹੀਂ ਹੋਣਗੇ। ਜਿਵੇਂ 20 ਹੈ, 20 ਦੇ ਰਾਈਟ ਚਾਹੇ ਮੈਂ ਕਿੰਨੀ ਮਰਜ਼ੀ ਕੋਈ ਵੀ ਅੱਖਰ ਲਿਖੀ ਚੱਲਾਂ, ਉਹ ਕੀ ਕਿੰਨੀ ਮਰਜ਼ੀ ਜ਼ੀਰੋਜ਼ ਪਾਈ ਚੱਲਾਂ, ਉਹ ਕੀ ਹੈ, ਨਾਨ ਸਿਗਨੀਫੀਕੈਂਟ ਹੋਣਗੇ, ਸਿਗਨੀਫੀਕੈਂਟ ਫਿਗਰਸ ਨਹੀਂ ਹੋਣਗੇ। ਇਹਦੇ ਵਿੱਚ ਇੱਕ ਹੀ 210 ਚ 2 ਆ ਜਾਣਗੇ, 2130 ਚ 3 ਆ ਜਾਣਗੇ। ਕਹਿਣ ਦਾ ਭਾਵ ਆਏ ਹੈ ਜਿਹੜੀ ਨਾਨ ਜ਼ੀਰੋ ਦੇ ਨਾਲ ਇੱਧਰ ਨੂੰ ਸਿਗਨੀਫੀਕੈਂਟ ਫਿਗਰ ਲਿਖਦੇ ਆ ਉਹ ਕਦੇ ਵੀ ਸਿਗਨੀਫੀਕੈਂਟ ਫਿਗਰਸ ਨਹੀਂ ਹੁੰਦੀਆਂ, ਯਾਨੀ ਕਿ ਇੱਧਰਲੀ ਪਾਸੇ ਜਿੰਨੇ ਵੀ ਜ਼ੀਰੋਜ਼ ਲਿਖੀ ਚੱਲੋਗੇ ਉਹ ਸਿਗਨੀਫੀਕੈਂਟ ਫਿਗਰਸ ਨਹੀਂ ਕਹਿਲਾਉਣਗੀਆਂ। ਚੌਥਾ ਲਾਅ all the zeros to the right of decimal point to the right of non-zero digits are not significant figures। ਕਹਿਣ ਦਾ ਭਾਵ ਡੈਸੀਮਲ ਪੁਆਇੰਟ ਦੇ ਮੂਹਰੇ ਚਾਹੇ ਮੈਂ ਕਿੰਨੇ ਮਰਜ਼ੀ ਜ਼ੀਰੋਜ਼ ਪਾਈ ਚੱਲਾਂ ਇਹ ਨਾਨ ਸਿਗਨੀਫੀਕੈਂਟ ਹੈ, ਇਹਨਾਂ ਨੂੰ ਆਪਾਂ ਸਿਗਨੀਫੀਕੈਂਟ ਫਿਗਰ ਨਹੀਂ ਕਾਊਂਟ ਕਰਨਾ। ਜਿਵੇਂ ਆਹ ਦੇਖ ਲਓ ਇਹ 'ਚ ਇੱਕੋ ਹੀ ਹੈ, ਇਹਦੇ 'ਚ ਵੀ ਇੱਕੋ ਹੀ ਹੈ, ਇਹਦੇ 'ਚ ਆ ਦੋ ਹੋ ਗਈਆਂ। ਨਾਨ ਸਿਗਨੀਫੀਕੈਂਟ ਡਿਜਿਟ ਤਾਂ ਹਮੇਸ਼ਾ ਸਿਗਨੀਫੀਕੈਂਟ ਹੁੰਦੇ ਆ, ਡੈਸੀਮਲ ਪੁਆਇੰਟ ਦੇ ਮੂਹਰੇ ਚਾਹੇ ਮੈਂ ਕਿੰਨੀਆਂ ਮਰਜ਼ੀ ਜ਼ੀਰੋਆਂ ਪਾਈ ਚੱਲਾਂ ਉਹ ਸਿਗਨੀਫੀਕੈਂਟ ਫਿਗਰ ਨਹੀਂ ਕਹਿਲਾਉਣਗੀਆਂ। ਠੀਕ ਹੈ ਜੀ। ਪੰਜਵਾਂ ਲਾਅ ਆ ਜਾਂਦਾ ਹੈ ਡੈਸੀਮਲ ਪੁਆਇੰਟ ਤੋਂ ਬਾਅਦ ਮੰਨ ਲਓ ਆ ਲਿਖਿਆ ਹੈ ਤਾਂ ਆ ਸਾਰੀ ਕੀ ਸਿਗਨੀਫੀਕੈਂਟ ਫਿਗਰ ਕਹਿਲਾਉਣਗੀਆਂ। ਠੀਕ ਹੈ ਜੀ। ਕਹਿਣ ਦਾ ਭਾਵ ਮੂਲੀਆਂ ਜਿਹੜੇ ਡੈਸੀਮਲ ਪੁਆਇੰਟ ਦੇ ਉਹ ਸਿਗਨੀਫੀਕੈਂਟ ਫਿਗਰਸ ਨਹੀਂ ਹੁੰਦੀਆਂ, ਪਰ ਇਧਰਲੇ ਪਾਸੇ ਦੀਆਂ ਸਿਗਨੀਫੀਕੈਂਟ ਫਿਗਰਸ ਹੁੰਦੀਆਂ ਨੇ। ਆ ਪੰਜ ਸੀਗੇ ਤੁਹਾਡੇ ਸਿਗਨੀਫੀਕੈਂਟ ਫਿਗਰ ਦੇ ਰੂਲਸ। ਆਈ ਹੋਪ ਸਾਰਿਆਂ ਨੂੰ ਸਮਝ ਆ ਗਏ ਹੋਣਗੇ। ਬਸ थोड़ा चैप्टर 1 यूनिट्स एंड मेजरमेंट्स मैं अपनी साइड तो कंप्लीट करता। मैं पूरी कोशिश की है ਤੁਹਾਨੂੰ बहुत ਵਧੀਆ ਪੜਾਉਣ ਦੀ। ਫਿਰ ਵੀ ਡਾਊਟ ਹੈ ਸੰਡੇ ਨੂੰ ਲਾਈਵ ਕਲਾਸ ਦੇ ਵਿੱਚ ਮੈਂ ਤੁਹਾਡੇ ਡਾਊਟਸ ਲਾਉਂਗਾ ਪਹਿਲੇ ਚੈਪਟਰ ਤੋਂ, ਤਾਂ ਤਿਆਰ ਰਹੋ ਸਾਰੇ ਜਣੇ ਆਪਣੇ ਡਾਊਟਸ ਦੇ ਨਾਲ। ਕਮੈਂਟ ਸੈਕਸ਼ਨ ਦੇ ਅੰਦਰ ਬੇਝਿਜਕ ਤੁਸੀਂ ਦੱਸ ਸਕਦੇ ਹੋ, ਸਭ ਨੇ ਆਪਣੇ ਆਪਣੇ ਆਨਸਰ ਜ਼ਰੂਰ ਕਮੈਂਟ ਕਰਕੇ ਜਾਣੇ ਹੈ। ਠੀਕ ਹੈ ਜੀ। ਤੇ ਆਈ ਥਿੰਕ ਤੁਸੀਂ ਬਹੁਤ ਵਧੀਆ ਕਰ ਲਓਗੇ ਜੇ ਤੁਸੀਂ ਇਹ ਸਾਰੀ ਵੀਡੀਓ ਇੱਥੇ ਤੱਕ ਦੇਖ ਲਈ ਤਾਂ ਤੁਸੀਂ ਬਹੁਤ ਵਧੀਆ ਅੱਗੇ ਕਰੋਗੇ, ਮੈਰਿਟ ਵਿੱਚ ਜ਼ਰੂਰ ਆਓਗੇ ਜੇ ਐਂ ਪੜ੍ਹਦੇ ਰਹੇ ਧਿਆਨ ਨਾਲ। ਠੀਕ ਹੈ ਜੀ। ਧੰਨਵਾਦ, ਤੁਸੀਂ ਸਾਰੇ ਇੱਥੇ ਤੱਕ ਬਣੇ ਰਹੇ। ਥੈਂਕਸ एवरीवन फॉर वाचिंग दिस वीडियो।